ਜਿਹੜੇ ਕਨਫਲਿਕਟਸ ਨੇ, ਛੋਟੇ ਛੋਟੇ ਪਰਿਵਾਰਕ ਝਗੜੇ ਕੀ ਰੂਪ ਧਾਰਨ ਕਰ ਰਹੇ ਨੇ। ਅੱਜ ਇਹਦੀ ਗੱਲਬਾਤ ਚੱਲੇਗੀ। ਪਰਿਵਾਰਾਂ ਦੇ ਜਿਹੜਾ ਵਿਚਕਾਰਲਾ ਸੱਭਿਆਚਾਰਕ ਗੈਪ ਹੈ ਉਹ ਕਿਵੇਂ ਭਰਦਾ ਹੈ ਔਰ ਉਹ ਕੀ ਰੰਗ ਲਿਆ ਰਿਹਾ ਹੈ। ਅਸੀਂ ਇੱਕ ਦੂਜੇ ਬਾਰੇ ਧਾਰਨਾਵਾਂ ਬਣਾਈਆਂ ਹੋਈਆਂ ਅਤੇ ਉਹਨਾਂ ਬਣਾਈਆਂ ਹੋਈਆਂ ਧਾਰਨਾਵਾਂ ਦੇ ਉੱਪਰ ਆਧਾਰਿਤ, ਨਾ ਕਿ ਰਿਐਲਿਟੀ ਉੱਪਰ ਆਧਾਰਿਤ ਅਸੀਂ ਇੱਕ ਦੂਜੇ ਨੂੰ ਗਲਤ ਸਮਝ ਰਹੇ ਹਾਂ। ਅਤੇ ਮੈਂ ਇਹ ਕਹੂੰਗੀ ਕਿ ਜਿੱਥੇ ਤੱਕ ਮੈਂ ਵੀ ਆਪਣੇ ਫਰੈਂਡਸ ਨਾਲ ਗੱਲ ਕੀਤੀ ਆ, ਜੇ ਕੋਈ ਆਪਣੇ ਕਮਰੇ ਦੇ ਵਿੱਚ ਬੈਠਾ ਆਪਣਾ ਹੀ ਦੇਰ ਮਾਈਂਡਿੰਗ ਦੇਅਰ ਓਨ ਬਿਜ਼ਨਸ ਤੇ ਉਹ ਗੱਲ ਨਹੀਂ ਬਹੁਤਾ ਕਰ ਰਹੇ, ਉਹਦੇ ਪਿੱਛੇ ਬਹੁਤ ਕੁਛ ਹੋਰ ਲੁਕਿਆ ਹੁੰਦਾ ਆ। ਜਿਹੜੇ ਬੱਚੇ ਹੁੰਦੇ ਆ ਉਹਨਾਂ ਉੱਪਰੋਂ ਕੌਮੈਂਟਰੀ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਆਹ ਥੋੜ੍ਹਾ ਜਿਹਾ ਇਹਨੇ ਵੇਟ ਗੇਨ ਕਰ ਲਿਆ, ਜਾਂ ਇਹਦਾ ਰੰਗ ਇਹ ਪਤਾ ਨਹੀਂ ਕਿਹਦੇ ਤੇ ਗਈ, ਇਹਦਾ ਰੰਗ ਬੜਾ ਪੱਕਾ ਆ, ਬਾਲ ਕਿਹੋ ਜਿਹੇ ਕਰਵਾ ਲਏ ਨੇ। ਐਂਡ ਉਹ ਜਦੋਂ ਛੋਟੇ ਛੋਟੇ ਹੁੰਦੇ ਆ ਬੱਚੇ, ਉਦੋਂ ਤਾਂ ਉਹ ਬਹਿ ਜਾਂਦੇ ਆ ਉੱਥੇ, ਤੇ ਯੂਜੂਅਲੀ ਇਹ 15-20 ਮਿੰਟ ਡਿਸਕਸ਼ਨ ਉਹ ਬੱਚੇ ਉੱਪਰ ਚੱਲਦੀ ਆ। ਤੂੰ ਘਰ ਦੀ ਗੱਲ ਘਰ 'ਚ ਹੀ ਰੱਖਣੀ ਆ, ਇਸ ਪਰਿਵਾਰ ਦੀ ਗੱਲ ਬਾਹਰ ਨਹੀਂ ਨਿਕਲਣੀ ਚਾਹੀਦੀ ਜੀ। ਔਰ ਬੜੀਆਂ ਹੈਰਾਨ ਹੁੰਦੀਆਂ, ਕਈ ਤਾਂ ਉਹ ਮੰਨ ਵੀ ਲੈਂਦੀਆਂ ਹੁਕਮ ਦੇ ਤੌਰ 'ਤੇ, ਪਰ ਉਹਨਾਂ ਦਾ ਅੰਦਰ ਜਿਹੜਾ ਕਸ਼ਮਕਸ਼ ਚੱਲਦੀ ਰਹਿੰਦੀ ਹੈ ਵੀ ਕੀ ਮੈਂ ਕੋਈ ਪ੍ਰਿਜ਼ਨਰ ਹਾਂ ਇੱਥੇ, ਮੈਂ ਕਿਉਂ ਨਹੀਂ ਮੈਂ ਆਪਣੇ ਮਨ ਦੀ ਗੱਲ ਜੋ ਮੇਰੇ ਮਨ 'ਚ ਮੈਂ ਠੀਕ ਸਮਝਦੀ ਹਾਂ ਜੀ, ਮੈਂ ਸੈਂਸਿਬਲ ਨੋਰਮਲ ਪ੍ਰੂਡੈਂਟ ਪਰਸਨ ਹਾਂ, ਜੇ ਮੇਰੀ ਡਿਗਰੀ ਕੀਤੀ ਹੋਈ ਆ ਤਾਂ ਮੈਨੂੰ ਇਹ ਨਹੀਂ ਪਤਾ ਕਿ ਕਿਹੜੀ ਗੱਲ ਮੈਂ ਕਿਸੇ ਨਾਲ ਕਿਵੇਂ ਕਰਨੀ ਆ। The Harjinder Singh Show। ਅੱਜ ਸਾਡੇ ਨਾਲ ਨੈਨਾ ਗਰੇਵਾਲ ਜੀ ਸ਼ਾਮਲ ਹੋ ਰਹੇ ਨੇ। ਗੱਲਬਾਤ ਹੋਏਗੀ ਕਿ ਸਾਡੀ ਜਿਹੜੀ ਰਹਿਣ ਸਹਿਣ ਦੀ ਇੱਕ ਫੈਮਿਲੀ ਦੀ ਬਣਤਰ ਹੈ, ਸਾਡਾ ਜਿਹੜਾ ਸੰਯੁਕਤ ਪਰਿਵਾਰ ਹੈ, ਇਸ ਦੇ ਵਿੱਚ ਕਈਆਂ 'ਚ 3-3 ਪੀੜ੍ਹੀਆਂ ਰਹਿੰਦੀਆਂ ਨੇ, ਔਰ ਜਿੱਥੇ 3-3 ਪੀੜ੍ਹੀਆਂ ਰਹਿੰਦੀਆਂ ਹੋਣ ਉੱਥੇ ਕਿਸੇ ਕਿਸਮ ਦਾ ਕਲਚਰਲ ਜਾਂ ਕੋਈ ਆਪਸੀ ਸੰਚਾਰ ਦਾ ਕਨਫਲਿਕਟ ਆਉਣਾ ਇਹ ਕੁਦਰਤੀ ਹੈ। ਲੇਕਿਨ ਉਹ ਜਿਹੜੇ ਕਨਫਲਿਕਟਸ ਨੇ, ਛੋਟੇ ਛੋਟੇ ਪਰਿਵਾਰਕ ਝਗੜੇ ਕੀ ਰੂਪ ਧਾਰਨ ਕਰ ਰਹੇ ਨੇ, ਅੱਜ ਇਹਦੀ ਗੱਲਬਾਤ ਚੱਲੇਗੀ। ਔਰ ਜੇ ਫਰਜ਼ ਕਰੋ ਕਈ ਪਰਿਵਾਰਾਂ ਦੇ ਵਿੱਚ ਦਾਦਾ ਜੀ ਵੀ, ਪਿਤਾ ਜੀ ਵੀ ਅਤੇ ਬੱਚੇ ਵੀ ਉੱਥੇ ਰਹਿ ਰਹੇ ਨੇ, ਔਰ ਕਈ ਵਾਰੀ ਉਹਨਾਂ ਬੱਚਿਆਂ ਦੇ, ਐਡਲਟ ਬੱਚਿਆਂ ਦੇ ਬੱਚੇ ਵੀ ਛੋਟੇ ਨੇ। ਸੋ 3-4 ਪੀੜ੍ਹੀਆਂ ਇੱਕ ਘਰ 'ਚ ਰਹਿ ਰਹੀਆਂ ਨੇ। ਇਹਨਾਂ ਦੀ ਗਿਣਤੀ ਬੇਸ਼ੱਕ ਘਟ ਰਹੀ ਹੈ, ਪਰ ਹਾਲੇ ਵੀ ਕਾਫੀ ਪਰਿਵਾਰ ਨੇ ਜਿਹੜੇ ਇਕੱਠੇ ਰਹਿਣਾ ਚਾਹੁੰਦੇ ਨੇ। ਸੋ ਇਹਨਾਂ ਪਰਿਵਾਰਾਂ ਦੇ ਜਿਹੜਾ ਵਿਚਕਾਰਲਾ ਸੱਭਿਆਚਾਰਕ ਗੈਪ ਹੈ ਉਹ ਕਿਵੇਂ ਭਰਦਾ ਹੈ ਔਰ ਉਹ ਕੀ ਰੰਗ ਲਿਆ ਰਿਹਾ ਹੈ। ਸੰਚਾਰ ਦਾ ਕਿੰਨਾ ਕੁ ਫਰਕ ਪੈ ਗਿਆ। ਕਈ ਵਾਰੀ ਦਾਦਾ ਅਤੇ ਪੋਤਾ ਕੋਲੇ ਤਾਂ ਬੈਠੇ ਰਹਿੰਦੇ ਨੇ, ਪਰ ਉਹ ਗੱਲਬਾਤ ਨਹੀਂ ਚੱਲਦੀ, ਕਿਉਂਕਿ ਪੋਤੇ ਨੂੰ ਪੰਜਾਬੀ ਨਹੀਂ ਆਉਂਦੀ, ਬਾਬੇ ਨੂੰ ਅੰਗਰੇਜ਼ੀ ਨਹੀਂ ਆਉਂਦੀ। ਹਾਂ, ਉਹਨਾਂ ਦੀਆਂ ਇਕੱਠੀਆਂ ਸਾਂਝਾਂ ਹੋ ਸਕਦੀਆਂ ਨੇ। ਕਈ ਜਿਹੜੇ ਦਾਦੇ ਸਨ ਉਹਨਾਂ ਨੇ ਅਕਾਮੋਡੇਟ ਕਰ ਲਿਆ। ਆਈਸ ਹਾਕੀ ਦੀ ਗੇਮ ਦਾਦਾ ਪੋਤਾ ਬੈਠ ਕੇ ਇਕੱਠੇ, ਅੰਗਰੇਜ਼ੀ ਦੀ ਭਾਵੇਂ ਹੋਵੇ, ਉਹ ਦੇਖ ਸਕਦੇ ਨੇ, ਕਿਉਂਕਿ ਉਹ ਥੋੜ੍ਹੀ ਬਹੁਤ ਸਮਝਣ ਲੱਗ ਪੈਂਦੇ ਨੇ। ਵਰਨਾ ਆਪਸੀ ਸੰਚਾਰ ਘਟ ਰਿਹਾ ਹੈ। ਅੱਗੇ ਜਿਹੜੇ ਉਹਨਾਂ ਦੇ ਪੋਤਰੇ ਪੜਪੋਤਰੇ ਹੋ ਰਹੇ ਨੇ, ਜਿਹੜੇ ਇੱਕ ਵੀ ਸ਼ਬਦ ਪੰਜਾਬੀ ਦਾ ਨਹੀਂ ਬੋਲ ਸਕਦੇ, ਬਜ਼ੁਰਗ ਨੇ ਕਈ ਇੱਕ ਵੀ ਸ਼ਬਦ ਅੰਗਰੇਜ਼ੀ ਦਾ ਨਹੀਂ ਬੋਲ ਸਕਦੇ। ਯਾਨੀ ਕਮਿਊਨੀਕੇਸ਼ਨ, ਕਲਚਰਲ ਗੈਪ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਸੰਯੁਕਤ ਪਰਿਵਾਰਾਂ ਦੇ ਵਿੱਚ ਕਈ ਕਿਸਮ ਦੇ ਬਖੇੜੇ ਖੜ੍ਹੇ ਕਰ ਰਹੀਆਂ ਨੇ। ਅੱਜ ਉਹਦੀ ਗੱਲਬਾਤ ਨੈਨਾ ਗਰੇਵਾਲ ਜੀ ਕਰਨਗੇ। ਉਹਨਾਂ ਨੇ ਇਸ 'ਤੇ ਬਹੁਤ ਸਟੱਡੀ ਕੀਤੀ ਹੈ ਔਰ ਇਹ ਕਿਵੇਂ ਨਜਿੱਠੇ ਜਾ ਸਕਦੇ ਨੇ, ਕਿ ਵੱਖ-ਵੱਖ ਆਪਣੇ ਆਪਣੇ ਇੰਡੀਪੈਂਡੈਂਟ ਨਿਊਕਲੀਅਰ ਫੈਮਿਲੀ 'ਚ ਰਹਿਣਾ ਹੀ ਇਸ ਦਾ ਇੱਕ ਰਸਤਾ ਹੈ, ਜਾਂ ਕੋਈ ਹੋਰ ਵੀ ਇਸ ਦੇ ਵਿੱਚ ਆਲਟਰਨੇਟਿਵ ਹੈਗੇ ਨੇ। ਨੈਨਾ ਗਰੇਵਾਲ ਜੀ, ਜੀ ਆਇਆਂ। ਸਤਿ ਸ਼੍ਰੀ ਅਕਾਲ ਮਿਸਟਰ ਥਿੰਨ, ਅਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੁਣ ਜਿਹੜਾ ਜਨਰੇਸ਼ਨ ਗੈਪ ਅਤੇ ਹੋਰ ਸਾਡੇ ਭਾਈਚਾਰੇ ਦੇ ਵਿੱਚ ਆਪਸੀ ਕਨਫਲਿਕਟ ਚੱਲ ਰਹੇ ਨੇ, ਉਹਦੇ ਬਾਰੇ ਸਾਨੂੰ ਦੱਸੋ ਵੀ ਕੀ ਕੀਤਾ ਜਾ ਸਕਦਾ। ਜੀ ਮਿਸਟਰ ਥਿੰਦ, ਜਿਵੇਂ ਤੁਸੀਂ ਕਿਹਾ, ਜਿਹੜਾ ਜਨਰੇਸ਼ਨ ਗੈਪ ਆ ਜਾਂ ਕਲਚਰਲ ਗੈਪ, ਸੱਭਿਆਚਾਰਕ ਗੈਪ, ਇਹ ਆਪਣੇ ਭਾਈਚਾਰੇ ਦੇ ਵਿੱਚ ਤਾਂ ਹੈਗਾ ਹੀ ਆ, ਬਟ ਇਹ ਸਿਰਫ ਆਪਣੇ ਭਾਈਚਾਰੇ ਦੇ ਵਿੱਚ ਨਹੀਂ, ਇਹ ਬਹੁਤ ਹੋਰ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਵੀ ਆ। ਇਨਫੈਕਟ ਆਲ ਕਮਿਊਨਿਟੀਜ਼, ਸਾਰੇ ਜਿਹੜੇ ਲੋਕ ਹੈਗੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਦੇ ਨਾਲ ਜੂਝ ਰਹੇ ਆ। ਇੱਕ ਸਟੱਡੀ ਕੀਤੀ ਗਈ ਸੀ, ਉਸ ਦੇ ਅਨੁਸਾਰ ਤਕਰੀਬਨ 80% ਜਿਹੜੇ ਲੋਕ ਨੇ ਕਿਸੇ ਵੀ ਕਮਿਊਨਿਟੀ ਦੇ, ਉਹ ਇਹ ਸੋਚਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਦਾ ਜਨਰੇਸ਼ਨ ਗੈਪ ਹੈਗਾ ਆ। ਅਤੇ ਜੇ ਅਸੀਂ ਪੰਜਾਬੀ ਜਾਂ ਆਪਣੇ ਸੱਭਿਆਚਾਰਕ ਗੈਪ ਦੀ ਗੱਲ ਕਰੀਏ ਤਾਂ ਆਪਣੀ ਕਮਿਊਨਿਟੀ ਤੋਂ ਲੋਕਾਂ ਉੱਪਰ ਵੀ ਸਟੱਡੀ ਕੀਤੀ ਗਈ ਆ, ਅਤੇ ਉਹਦੇ ਅਨੁਸਾਰ 50% ਜਿਹੜੇ ਯੂਥ ਹੈਗੇ ਆ ਉਹਨਾਂ ਨੂੰ ਲੱਗਦਾ ਆ ਕਿ ਸਾਡੇ ਮਾਂ ਬਾਪ ਸਾਨੂੰ ਗਲਤ ਸਮਝਦੇ ਨੇ,
ਉਹ ਮਿਸਅੰਡਰਸਟੂਡ ਫੀਲ ਕਰਦੇ ਆ ਜਾਂ ਉਹ ਫਰਸਟ੍ਰੇਟਡ ਫੀਲ ਕਰਦੇ ਆ। ਸੋ ਇਹ ਜਿਹੜਾ ਇੰਟਰਜਨਰੇਸ਼ਨਲ ਕੌਨਫਲਿਕਟ ਆ, ਇਹਦਾ ਮਤਲਬ ਇਹੀ ਆ ਕਿ ਇੱਕ ਦੂਜੇ ਨੂੰ ਸਮਝਣ ਦੇ ਵਿੱਚ ਥੋੜ੍ਹੀ ਜਿਹੀ ਅਸੀਂ ਭੁੱਲ ਕਰ ਰਹੇ ਹਾਂ ਜਾਂ ਬਹੁਤਾ ਨਹੀਂ ਸਮਝ ਪਾ ਰਹੇ। ਅਸੀਂ ਇੱਕ ਦੂਜੇ ਬਾਰੇ ਧਾਰਨਾਵਾਂ ਬਣਾਈਆਂ ਹੋਈਆਂ ਅਤੇ ਉਹਨਾਂ ਬਣਾਈਆਂ ਹੋਈਆਂ ਧਾਰਨਾਵਾਂ ਦੇ ਉੱਪਰ ਆਧਾਰਿਤ, ਨਾ ਕਿ ਰਿਐਲਿਟੀ ਉੱਪਰ ਆਧਾਰਿਤ ਅਸੀਂ ਇੱਕ ਦੂਜੇ ਨੂੰ ਗਲਤ ਸਮਝ ਰਹੇ ਹਾਂ। ਸੋ ਜਿਵੇਂ ਤੁਸੀਂ ਕਿਹਾ, ਇਹਦਾ ਕੀ ਸੋਲੂਸ਼ਨ ਹੋ ਸਕਦਾ? ਸੋ ਦਾ ਸੋਲੂਸ਼ਨ ਕਮਿਊਨੀਕੇਸ਼ਨ ਹੀ ਆ। ਕਮਿਊਨੀਕੇਸ਼ਨ ਲਈ ਲੈਂਗੁਏਜ ਦੀ ਜ਼ਰੂਰਤ ਆ, ਔਰ ਜਿਹੜਾ ਸੁਭਾਵਾਂ 'ਚ ਫਰਕ ਪੈ ਗਿਆ। ਹੁਣ ਦੇਖੋ, ਇੱਕੋ ਹੀ ਘਰ ਦੇ ਵਿੱਚ ਜਿੱਥੇ 2-3 ਜਨਰੇਸ਼ਨਸ ਇਕੱਠੀਆਂ ਰਹਿੰਦੀਆਂ ਨੇ, ਸ਼ਾਮ ਨੂੰ ਉਸੇ ਹੀ ਘਰ ਦੇ ਵਿੱਚ ਇੱਕ ਕਮਰੇ 'ਚ ਤਾਂ ਰਹਿ ਰਾਸ ਚੱਲ ਰਹੀ ਹੈ, ਪਾਠ ਹੋ ਰਿਹਾ, ਔਰ ਦੂਜੇ ਹਿੱਸੇ ਦੇ ਵਿੱਚ ਉਹ ਜਿਹੜਾ ਪੋਤਰਾ ਹੈ ਉਹ ਆਪਣੇ ਦੋਸਤਾਂ ਦੇ ਨਾਲ ਬਾਕਸਿੰਗ ਦੀ ਫਾਈਟ ਦੇਖ ਰਿਹਾ ਅਤੇ ਬੀਅਰ ਪੀ ਰਿਹਾ। ਹੁਣ ਤੁਸੀਂ ਦੇਖੋ, ਉਸ ਇੱਕੋ ਹੀ ਛੱਤ ਹੇਠ ਉਹਨੂੰ ਉਹ ਬਿਲਕੁਲ ਠੀਕ ਲੱਗ ਰਿਹਾ, ਨੋਰਮਲ। ਔਰ ਜੇ ਕੋਈ ਪੁੱਛੇ ਵੀ ਤੇਰੇ ਬਾਬਾ ਜੀ ਕਿੱਥੇ, ਉਹਨਾਂ ਦੀ ਕੋਈ ਡਿਸਰਿਸਪੈਕਟ ਨਹੀਂ ਹੈ। ਉਹ ਕਹਿੰਦੇ ਦੇ ਆਰ ਇਨ ਦੇਅਰ ਰੂਮ, ਦੇ ਆਰ ਵਰਸ਼ਿਪਿੰਗ ਜੀ, ਬਸ। ਪਰ ਜਾਂ ਤਾਂ ਕਿਤੇ ਨਾ ਕਿਤੇ ਅਸੀਂ, ਸਾਡਾ ਇਹ ਜਿਹੜਾ ਪੇਰੈਂਟਸ ਦਾ ਫੇਲੂਅਰ ਹੈ, ਅਸੀਂ ਤਾਂ ਇਹ ਸਮਝਦੇ ਹਾਂ, ਪਰ ਕਈ ਲੋਕ ਸਮਝਦੇ ਆ ਕਿ ਇਹ ਐਵੋਲਿਊਸ਼ਨ ਤਾਂ ਆਉਣਾ ਹੀ ਸੀ, ਇਹ ਨੋਰਮਲ ਗਰੋਥ ਹੈ। ਹੁਣ ਆਈ ਡੋਂਟ ਨੋ ਇਹ ਗਰੋਥ ਹੈ ਜਾਂ ਐਵੋਲਿਊਸ਼ਨ ਹੈ ਜਾਂ ਕਿ ਮਾਪਿਆਂ ਦੀ ਨਾਅਹਲੀਅਤ ਹੈ ਕਿ ਅਸੀਂ ਆਪਣੀਆਂ ਕਲਚਰ ਵੈਲਿਊਜ਼ ਗਾਹਾਂ ਪਾਸ ਔਨ ਨਹੀਂ ਕਰ ਸਕੇ। ਕੀ ਹੈ ਜੀ? ਸੋ ਮੈਂ ਇੱਦਾਂ ਨਹੀਂ ਕਹੂੰਗੀ ਕਿ ਕਿਸੇ ਵੀ ਇੱਕ ਪੀੜ੍ਹੀ ਦਾ ਕਦੇ ਵੀ ਕੋਈ ਫੇਲੀਅਰ ਹੁੰਦਾ, ਕਿਉਂਕਿ ਗੱਡੀ ਕਦੇ ਵੀ ਇੱਕ ਪਹੀਏ ਨਾਲ ਨਹੀਂ ਚੱਲਦੀ ਹੁੰਦੀ। ਜੇ ਕਮਿਊਨੀਕੇਸ਼ਨ ਆ ਤਾਂ ਦੋਵੇਂ ਪਾਸੇ ਆਉਣੀ ਚਾਹੀਦੀ ਆ। ਸੋ ਕਿਤੇ ਕਿਤੇ ਬੱਚਿਆਂ ਦੀ ਵੀ ਕੋਈ ਘਾਟ ਹੋ ਸਕਦੀ ਹੈ, ਕਿਤੇ ਕਿਤੇ ਮਾਪਿਆਂ ਦੀ ਵੀ ਹੋ ਸਕਦੀ ਆ। ਪਰ ਕਿਉਂਕਿ ਮੈਂ ਸਿਰਫ ਇੱਕ ਪਹਿਲੂ ਹੀ ਦੇਖਿਆ ਹੋਇਆ, ਆਈ ਐਮ ਨਾਟ ਅ ਪੇਰੈਂਟ ਯੈਟ, ਸੋ ਮੈਂ ਬੱਚਿਆਂ ਵੱਲੋਂ ਹੀ ਗੱਲ ਕਰ ਸਕਦੀ ਹਾਂ। ਅਤੇ ਮੈਂ ਇਹ ਕਹੂੰਗੀ ਕਿ ਜਿੱਥੇ ਤੱਕ ਮੈਂ ਵੀ ਆਪਣੇ ਫਰੈਂਡਸ ਨਾਲ ਗੱਲ ਕੀਤੀ ਆ, ਜੇ ਕੋਈ ਆਪਣੇ ਕਮਰੇ ਦੇ ਵਿੱਚ ਬੈਠਾ ਆਪਣਾ ਹੀ ਦੇਰ ਮਾਈਂਡਿੰਗ ਦੇਅਰ ਓਨ ਬਿਜ਼ਨਸ ਅਤੇ ਉਹ ਗੱਲ ਨਹੀਂ ਬਹੁਤਾ ਕਰ ਰਹੇ, ਉਹਦੇ ਪਿੱਛੇ ਬਹੁਤ ਕੁਛ ਹੋਰ ਲੁਕਿਆ ਹੁੰਦਾ ਆ। ਫੋਰ ਐਗਜ਼ਾਮਪਲ, ਮੇਰੀ ਇੱਕ ਫਰੈਂਡ ਸੀਗੀ, ਸ਼ੀ ਵੁੱਡ ਨੈਵਰ ਕਮ ਆਊਟ ਆਫ ਹਰ ਰੂਮ। ਜਦੋਂ ਵੀ ਮੈਂ ਉਹਦੇ ਨਾਲ ਗੱਲ ਕਰਦੀ ਹੁੰਦੀ ਸੀ, ਆਪਣੇ ਕਮਰੇ 'ਚ ਹੀ ਬੈਠੀ ਰਹਿੰਦੀ ਹੁੰਦੀ ਸੀ ਅਤੇ ਖਾਣਾ ਪੀਣਾ ਵੀ ਉਹਦਾ ਉੱਥੇ ਹੀ ਹੁੰਦਾ ਸੀਗਾ। ਐਂਡ ਉਹ ਮੈਨੂੰ ਹਮੇਸ਼ਾ ਕਹਿੰਦੀ ਹੁੰਦੀ ਸੀ, ਜਦੋਂ ਮੈਂ ਬਾਹਰ ਜਾਂਦੀ ਹਾਂ, ਮੈਨੂੰ ਤਾਂ ਮੇਰੇ ਪੇਰੈਂਟਸ ਕਹਿੰਦੇ ਨੇ ਕਿ ਤੂੰ ਤਾਂ ਹੋਟਲ ਹੀ ਬਣਾਇਆ ਹੋਇਆ ਘਰ, ਤੂੰ ਸਾਡੇ ਵਿੱਚ ਬਹਿੰਦੀ ਤਾਂ ਹੈ ਨਹੀਂ, ਕਿ ਤੂੰ ਹੋਟਲ 'ਚ ਹੀ ਚੱਲ ਜਾ। ਐਂਡ ਮੈਂ ਉਹਨੂੰ ਫਿਰ ਸਲਾਹ ਦਿੱਤੀ ਵੀ ਇੱਕ ਦਿਨ ਤੂੰ ਬਹਿ ਕੇ ਗੱਲ ਕਰ ਆਪਣੇ ਪੇਰੈਂਟਸ ਨਾਲ, ਅਤੇ ਉਹਨਾਂ ਨੂੰ ਕਹਿ ਦੇਖ ਤਾਂ ਸਹੀ, ਅਤੇ ਉਹਨਾਂ ਨਾਲ ਗੱਲ ਕਰ ਵੀ ਤੁਹਾਨੂੰ ਇੱਦਾਂ ਕਿਉਂ ਲੱਗਦਾ ਵੀ ਮੈਂ ਹੋਟਲ ਦੇ ਵਿੱਚ ਹਾਂ, ਅਤੇ ਤੂੰ ਆਪ ਦੱਸ ਵੀ ਤੂੰ ਇੱਦਾਂ ਕਿਉਂ ਵਿਵਹਾਰ ਕਰ ਰਹੀ ਹਾਂ। ਫਿਰ ਉਹਨੇ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਅਤੇ ਉਹਨੇ ਉਹਨਾਂ ਨੂੰ ਦੱਸਿਆ ਵੀ ਜਦੋਂ ਵੀ ਮੈਂ ਬਹਿੰਦੀ ਹਾਂ ਤੁਹਾਡੇ ਵਿੱਚ, ਤੁਸੀਂ ਮੈਨੂੰ ਲੈਕਚਰ ਸ਼ੁਰੂ ਕਰ ਦਿੰਦੇ ਹੋ ਝਾੜਨਾ। ਤੁਸੀਂ ਕਹਿਣ ਲੱਗ ਜਾਂਦੇ ਹੋ ਵੀ ਤੇਰੇ ਚਾਚੇ ਦਾ ਮੁੰਡਾ ਇੱਦਾਂ ਕਰਦਾ ਆ, ਉਹਨੇ ਪੜ੍ਹਾਈ ਕੀਤੀ ਆ, ਅਤੇ ਤੁਸੀਂ ਮੈਨੂੰ ਇੱਦਾਂ ਬੋਲਣ ਲੱਗ ਜਾਂਦੇ ਹੋ। ਫਿਰ ਮੈਨੂੰ ਕੋਈ ਜਵਾਬ ਨਹੀਂ ਆਉਂਦਾ ਹੈਗਾ ਅੱਗੋਂ, ਅਤੇ ਮੈਨੂੰ ਇੱਦਾਂ ਲੱਗਦਾ ਰਹਿੰਦਾ ਵੀ ਤੁਹਾਨੂੰ ਦੂਜਿਆਂ ਦੇ ਬੱਚੇ ਜ਼ਿਆਦਾ ਪਿਆਰੇ ਲੱਗਦੇ ਆ, ਅਤੇ ਤੁਸੀਂ ਮੇਰੇ ਨਾਲ ਖੁਸ਼ ਨਹੀਂ, ਜੋ ਮੈਂ ਕਰ ਰਹੀ ਹਾਂ ਉਹਦੇ ਨਾਲ ਖੁਸ਼ ਨਹੀਂ। ਸੋ ਮੈਨੂੰ ਇੱਦਾਂ ਲੱਗਦਾ ਜੇ ਮੈਂ ਤੁਹਾਡੇ ਨਾਲ ਬੈਠੂੰਗੀ ਤਾਂ ਮੈਨੂੰ ਝਿੜਕਾਂ ਪੈਣਗੀਆਂ। ਫਿਰ ਇੱਦੋਂ ਤਾਂ ਮੈਨੂੰ ਲੱਗਦਾ ਮੈਂ ਆਪਣੇ ਕਮਰੇ 'ਚ ਹੀ ਬਹਿ ਕੇ ਖਾ ਪੀ ਲੈਂਦੀ ਹਾਂ। ਅਤੇ ਆਮ ਸ਼ੋਰ ਵੀ ਉਹਨਾਂ ਦੇ ਪੇਰੈਂਟਸ ਦੇ ਵੀ ਆਪਣੀਆਂ ਫੀਲਿੰਗਸ ਹੋਣਗੀਆਂ। ਮੈਂ ਬੱਚਿਆਂ ਦੀ ਸਿਰਫ ਸਾਈਡ ਸਾਂਝੀ ਕੀਤੀ ਆ। ਸੋ ਇੱਦਾਂ ਜੇ ਜਿਹੜਾ ਬੱਚਾ ਆ ਉਹ ਨਹੀਂ ਤੁਹਾਡੇ ਵਿੱਚ ਵਿਚਰ ਰਿਹਾ ਜਾਂ ਨਹੀਂ ਬਹਿ ਰਿਹਾ, ਤਾਂ ਸਿਰਫ ਇੱਕ ਕੁਐਸਚਨ ਪੁੱਛਣ ਦੀ ਲੋੜ ਹੁੰਦੀ ਆ ਵੀ ਵਾਈ ਡੂ ਯੂ ਫੀਲ ਦਿਸ ਵੇ, ਜਾਂ ਤੁਸੀਂ ਆਪ ਰਿਫਲੈਕਟ ਕਰੋ ਕਿ ਤੁਸੀਂ ਉਹਨੂੰ ਅਜਿਹਾ ਕੁਛ ਕਹਿ ਤਾਂ ਨਹੀਂ ਰਹੇ, ਜਾਂ ਕੋਈ ਅਜਿਹੀ ਗੱਲ ਤਾਂ ਨਹੀਂ ਜਿਸ ਤੋਂ ਉਹ ਹੋ ਸਕਦਾ ਵੀ ਉਹਨੂੰ ਵਧੀਆ ਨਾ ਲੱਗਦੀ ਹੋਵੇ। ਆਈ ਨੋ ਕਿ ਇੱਕ ਬਹੁਤ ਹੋਰ ਫਨੀ ਗੱਲ ਆ ਕਿ ਜਦੋਂ ਕਈ ਵਾਰੀ ਰਿਸ਼ਤੇਦਾਰ ਆਪਣੇ ਘਰ ਆਉਂਦੇ ਹੁੰਦੇ ਆ, ਮੈਂ ਵੀ ਦੇਖਿਆ ਪਰਿਵਾਰਾਂ ਦੇ ਵਿੱਚ ਨੋਰਮਲ ਗੱਲ ਆ, ਬਹੁਤ ਵਾਰੀ ਜਿਹੜੇ ਬੱਚੇ ਹੁੰਦੇ ਆ ਉਹਨਾਂ ਉੱਪਰੋਂ ਕੌਮੈਂਟਰੀ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਆਹ ਥੋੜ੍ਹਾ ਜਿਹਾ ਇਹਨੇ ਵੇਟ ਗੇਨ ਕਰ ਲਿਆ, ਜਾਂ ਇਹਦਾ ਰੰਗ ਇਹ ਪਤਾ ਨਹੀਂ ਕਿਹਦੇ 'ਤੇ ਗਈ, ਇਹਦਾ ਰੰਗ ਬੜਾ ਪੱਕਾ ਆ, ਬਾਲ ਕਿਹੋ ਜਿਹੇ ਕਰਵਾ ਲਿਆ ਇਹਨੇ। ਐਂਡ ਉਹ ਜਦੋਂ ਛੋਟੇ ਛੋਟੇ ਹੁੰਦੇ ਆ ਬੱਚੇ, ਉਦੋਂ ਤਾਂ ਉਹ ਬਹਿ ਜਾਂਦੇ ਆ ਉੱਥੇ, ਅਤੇ ਯੂਜਲੀ ਇਹ 15-20 ਮਿੰਟ ਡਿਸਕਸ਼ਨ ਉਹ ਬੱਚੇ ਉੱਪਰ ਚੱਲਦੀ ਆ, ਅਤੇ ਉਹ ਬੱਚੇ ਨੂੰ ਲੱਗਦਾ ਕਿ ਮੇਰੇ ਪੇਰੈਂਟਸ ਮੇਰੇ ਲਈ ਸਟੈਂਡ ਅਪ ਨਹੀਂ ਕਰ ਰਹੇ, ਉਹ ਤਾਂ ਸਗੋਂ ਉਹਨਾਂ ਦਾ ਸਾਥ ਦੇ ਰਹੇ ਆ। ਅਤੇ ਫਿਰ ਹੌਲੀ ਹੌਲੀ ਜਦੋਂ ਬੱਚਾ ਵੱਡਾ ਹੁੰਦਾ, ਦੈਨ ਉਹਨੂੰ ਲੱਗਦਾ ਆ ਕਿ ਮੈਂ ਨਹੀਂ ਬਹਿਣਾ ਹੈਗਾ, ਜੇ ਕੋਈ ਰਿਸ਼ਤੇਦਾਰ ਆਇਆ ਮੈਂ ਸਤਿ ਸ਼੍ਰੀ ਅਕਾਲ ਬੁਲਾ ਕੇ ਭੱਜ ਜਾਣਾ ਉੱਪਰ। ਪਰ ਉਹ ਤੁਸੀਂ ਸੋਚੋਗੇ ਬਾਅਦ 'ਚ ਮੈਨੂੰ ਤਾਂ ਅਕਲ ਨਹੀਂ ਗਈ, ਇਹ ਤਾਂ ਕਿਤੇ ਬਹਿੰਦਾ ਨਹੀਂ ਗਾ, ਪਰ ਹੋ ਸਕਦਾ ਉਹਦੇ ਪਿੱਛੇ ਕੋਈ ਹੋਰ ਕਾਰਨ ਹੋਵੇ। ਅਤੇ ਇਹ ਵੀ ਇੱਕ ਕਲਚਰਲ ਗੈਪ ਹੀ ਆ, ਬਿਕਾਜ਼ ਆਪਣੇ ਪੇਰੈਂਟਸ ਨੇ ਹਮੇਸ਼ਾ ਇੱਦਾਂ ਦੀਆਂ ਚੀਜ਼ਾਂ ਸੁਣੀਆਂ ਨੇ, ਅਤੇ ਉਹਨਾਂ ਨੂੰ ਬੁਰਾ ਵੀ ਨਹੀਂ ਲੱਗਦਾ। ਉਹ ਤਾਂ ਕਹਿੰਦੇ ਵੀ ਅਸੀਂ ਕੰਸਰਨ ਵਜੋਂ ਕਹਿੰਦੇ ਹਾਂ ਵੀ ਅਸੀਂ ਚਾਹੁੰਦੇ ਹਾਂ ਵੀ ਤੂੰ ਫਿੱਟ ਰਵੇਂ ਜਾਂ ਜੋ ਵੀ ਆ, ਪਰ ਜਿਹੜਾ
ਜਿਹੜਾ ਬੱਚਾ ਉਹਨੂੰ ਲੱਗਦਾ ਕਿ ਮੇਰੀ ਫੈਟ ਸ਼ੇਮਿੰਗ ਹੋ ਰਹੀ ਹੈ ਜਾਂ ਮੇਰੀ ਬਾਡੀ ਸ਼ੇਮਿੰਗ ਹੋ ਰਹੀ ਆ। ਸੋ ਇਹ ਜਿਹੜਾ ਕਲਚਰਲ ਗੈਪ ਆ, ਇਹ ਕਈ ਵਾਰੀ ਸਨੋਬਾਲ ਹੁੰਦਾ ਬਹੁਤ ਵੱਡੀ ਇਹਦੀ ਸਨੋਬਾਲ ਬਣ ਜਾਂਦੀ ਹੈ, ਫਿਰ ਪਤਾ ਨਹੀਂ ਲੱਗਦਾ ਵੀ ਉਹਦੇ ਅੰਦਰ ਦਾ ਰੀਜ਼ਨ ਕੀ ਸੀਗਾ ਐਕਚੁਅਲੀ। ਇਹ ਜਿਹਾ ਇੰਟਰਜਨਰੇਸ਼ਨਲ ਟਰਾਮਾ ਫਿਰ ਕੀ ਰੰਗ ਲਿਆਉਂਦਾ ਬਾਅਦ 'ਚ? ਜੀ, ਸੋ ਜਿਹੜਾ ਇੰਟਰਜਨਰੇਸ਼ਨਲ ਟਰਾਮਾ ਆ, ਇਹ ਕਾਫੀ ਰੂਪਾਂ ਦੇ ਵਿੱਚ ਅਸੀਂ ਦੇਖਦੇ ਹਾਂ। ਸੋ ਜੇ ਅਸੀਂ ਗੱਲ ਕਰੀਏ ਜਿਹੜੇ ਸਾਡੇ ਦਾਦਾ ਦਾਦੀ ਸੀਗੇ, ਉਹਨਾਂ ਨੇ ਜੋ ਦੇਖਿਆ ਆ, ਫੋਰ ਐਗਜ਼ਾਮਪਲ ਉਹਨਾਂ ਨੇ ਪਾਰਟੀਸ਼ਨ ਦੇਖੀ ਆ, ਜਾਂ ਹੋਰ ਉਹਨਾਂ ਨੇ ਜਿਹੜੇ ਸਿਆਸੀ ਹਲਚਲ ਆ ਉਹ ਦੇਖੀ ਆ, ਉਹਦੇ ਕਰਕੇ ਉਹਨਾਂ ਦੇ ਵਿੱਚ ਅਪਰੈਸ਼ਨ ਵੀ ਰਿਹਾ, ਅਬਿਊਜ਼ ਵੀ ਰਹੀ ਆ, ਅਤੇ ਬਹੁਤ ਉਹਨਾਂ ਨੇ ਗਰੀਬੀ ਵੀ ਦੇਖੀ ਆ ਸਾਡੇ ਕਈ ਮਾਪਿਆਂ ਨੇ। ਅਤੇ ਜਿਹੜਾ ਉਹ ਟਰਾਮਾ ਆ, ਕਿਉਂਕਿ ਉਹਨਾਂ ਨੇ ਹੁਣ ਨਾ ਤਾਂ ਕਾਉਂਸਲਿੰਗ ਲਈ ਆ ਨਾ ਥੈਰੇਪੀ, ਅਤੇ ਉਹ ਚੀਜ਼ਾਂ ਵਿੱਚ ਉਹਨਾਂ ਦਾ ਵਿਸ਼ਵਾਸ ਵੀ ਇੰਨਾ ਹੈ ਨਹੀਂ ਗਾ। ਫਿਰ ਉਹਨਾਂ ਨੇ ਅਗਲੀ ਜਨਰੇਸ਼ਨ ਨੂੰ ਉਹ ਟਰਾਮਾ ਪੈਸ ਔਨ ਕੀਤਾ ਆ, ਅਤੇ ਫਿਰ ਅਗਲੀ ਜਨਰੇਸ਼ਨ ਨੇ ਕਈ ਵਾਰੀ ਆਪਣੇ ਮਾਪਿਆਂ ਤੋਂ ਕੁੱਟ ਵੀ ਸਹੀ ਆ। ਜਿਹੜੇ ਸਾਡੇ ਪੇਰੈਂਟਸ ਆ, ਉਹਨਾਂ ਦੇ ਤਾਂ ਫਰੀ 'ਚ ਹੀ ਵੱਜ ਜਾਂਦੀਆਂ ਸੀਗੀਆਂ, ਅਤੇ ਉਹਨਾਂ ਨੇ ਤਾਂ ਕਦੇ ਕਿਹਾ ਨਹੀਂ ਵੀ ਇਹ ਅਲਾਊਡ ਨਹੀਂ ਗਾ, ਜਾਂ ਅਸੀਂ ਪੁਲਿਸ ਕਾਲ ਕਰ ਦੇਣੀ ਆ, ਬਿਕਾਜ਼ ਉਹ ਕਲਚਰ ਦੇ ਵਿੱਚ ਹੈ ਹੀ ਨਹੀਂ ਸੀਗੀ ਚੀਜ਼। ਪਰ ਜਿਹੜਾ ਸਾਡੇ ਦਾਦੇ ਦਾਦੀਆਂ ਦਾ ਟਰਾਮਾ, ਉਹ ਸਾਡੇ ਫਿਰ ਪੇਰੈਂਟਸ ਦੇ ਵਿੱਚ ਆਇਆ, ਅਤੇ ਸਾਡੇ ਪੇਰੈਂਟਸ ਦੇ ਵਿੱਚ ਬਹੁਤ ਸਾਰੀਆਂ ਅਨਟ੍ਰੀਟਡ ਮੈਂਟਲ ਇਲਨੈਸਿਸ ਨੇ। ਡਿਪਰੈਸ਼ਨ, ਐਂਗਜ਼ਾਇਟੀ ਉਹਨਾਂ ਨੇ ਕਦੇ ਵੀ ਟਰੀਟ ਨਹੀਂ ਕੀਤੀ ਹੈਗੀ। ਇਮੋਸ਼ਨਲ ਅਬਿਊਜ਼ ਉਹਨਾਂ ਨੇ ਸਹੀ ਆ, ਅਤੇ ਬਹੁਤ ਸਾਰੇ ਜਿਹੜੇ ਪੇਰੈਂਟਸ ਨੇ ਜਾਂ ਸਾਡੇ ਸਪੈਸ਼ਲੀ ਫਾਦਰਸ, ਉਹ ਐਲਕੋਹਲ ਅਬਿਊਜ਼ ਨਾਲ ਵੀ ਉਹ ਜੂਝੇ ਆ। ਅਤੇ ਜਿਹੜਾ ਫਿਰ ਉਹ ਟਰਾਮਾ ਹੁਣ ਸਾਡੇ ਵਿੱਚ ਉਹ ਕਿਵੇਂ ਪਾਸ ਔਨ ਹੋਇਆ, ਬਿਕਾਜ਼ ਸਾਡੇ ਪੇਰੈਂਟਸ ਕਈ ਵਾਰੀ ਸਟ੍ਰਿਕਟ ਰਹੇ ਆ ਸਾਡੇ ਨਾਲ, ਜਾਂ ਉਹ ਇੰਨਾ ਇਮੋਸ਼ਨਲੀ ਸਾਡੇ ਨਾਲ ਨਹੀਂ ਜੁੜ ਪਾਏ। ਸਾਡੀ ਇੱਕ ਤਰ੍ਹਾਂ ਦੀ ਅਪਰੂਵਲ ਸੀਕਿੰਗ ਨੇਚਰ ਬਣ ਚੁੱਕੀ ਆ। ਸਾਨੂੰ ਸਾਡੇ ਡੈਡ ਜਾਂ ਮੋਮ ਦੀ ਸਟੈਂਪ ਆਫ ਅਪਰੂਵਲ ਚਾਹੀਦੀ ਸੀਗੀ, ਸੋ ਅਸੀਂ ਉਹੀ ਚੀਜ਼ ਆਪਣੇ ਸਾਰੇ ਬਾਕੀਆਂ ਦੇ ਰਿਸ਼ਤਿਆਂ ਤੋਂ ਭਾਲਣ ਲੱਗ ਗਏ। ਅਤੇ ਤੁਸੀਂ ਸੋਚੋ ਕਿ ਅਸੀਂ ਇੱਕ ਨਵੇਂ ਕੰਟਰੀ ਦੇ ਵਿੱਚ ਵੱਡੇ ਹੋਏ ਹਾਂ, ਇੱਕ ਜਗ੍ਹਾ 'ਤੇ ਸਾਡੇ ਪੇਰੈਂਟਸ ਦਾ ਕਲਚਰ ਆ, ਅਤੇ ਦੂਜੀ ਜਗ੍ਹਾ 'ਤੇ ਇੱਥੇ ਵੈਸਟਰਨ ਕਲਚਰ ਆ, ਅਤੇ ਉਹਦੇ ਵਿੱਚ ਹਮੇਸ਼ਾ ਅਪਰੂਵਲ ਸੀਕਿੰਗ ਨੂੰ ਭਾਲੀ ਜਾਣਾ। ਕਨਫਿਊਜ਼ਨ, ਆਈਡੈਂਟੀਟੀ ਕਨਫਿਊਜ਼ਨ ਬਹੁਤ ਵੱਡੀ ਗੱਲ ਆ। ਇਹ ਨਾ ਜਾਣ ਪਾਉਣਾ ਕਿ ਅਸੀਂ ਅਸਲ ਵਿੱਚ ਹੈ ਕੌਣ। ਉਹ ਆ ਜੋ ਸਾਡੇ ਮਾਪੇ ਸਾਨੂੰ ਚਾਹੁੰਦੇ ਆ ਕਿ ਅਸੀਂ ਉਹ ਬਣੀਏ, ਕਿ ਉਹ ਆ ਜੋ ਇੱਥੋਂ ਦੇ ਬੱਚੇ ਹੈਗੇ ਆ। ਸੋ ਫਾਈਂਡਿੰਗ ਦੈਟ ਬੈਲੈਂਸ। ਸੋ ਇਹ ਜਿਹੜਾ ਜਨਰੇਸ਼ਨਲ ਟਰਾਮਾ ਆ, ਇਹ ਹਰ ਇੱਕ ਜਨਰੇਸ਼ਨ ਦੇ ਵਿੱਚ ਵੱਖਰੇ ਵੱਖਰੇ ਰੂਪ ਦੇ ਵਿੱਚ ਦੇਖਣ ਨੂੰ ਮਿਲਦਾ ਆ, ਅਤੇ ਇਹ ਰੋਕਿਆ ਤਾਂ ਹੀ ਜਾ ਸਕਦਾ ਜੇ ਅਸੀਂ ਇਸ ਨੂੰ ਪਛਾਣੀਏ ਅਤੇ ਇਸ ਦੀ ਵਜ੍ਹਾ ਨੂੰ ਫਰੋਲੀਏ। ਅੱਛਾ, ਇੱਕ ਹੋਰ ਜਿਹੜੀ ਸਾਡੇ ਸਾਊਥ ਏਸ਼ੀਅਨ ਕਲਚਰ ਦਾ ਇੱਕ ਹਿੱਸਾ ਦੇਖੋ ਜੀ, ਪਹਿਲਾਂ ਇਟਾਲੀਅਨਸ ਜਦੋਂ ਆਏ, ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਕਲਚਰਲ ਗੈਪ ਦਾ ਸਾਹਮਣਾ ਕਰਨਾ ਪਿਆ ਕਾਫੀ ਜੀ। ਔਰ ਤੁਹਾਨੂੰ ਪਤਾ ਕਿ ਕਿਵੇਂ ਉਹਨਾਂ ਨੇ ਜਿਹੜੀਆਂ ਫੈਮਲੀਜ਼ ਦੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਕੀ ਕੁਛ ਵਾਪਰਿਆ। ਜੀ, ਸ਼ਾਇਦ ਉਹਨਾਂ ਦੀ ਇੰਟਰਜਨਰੇਸ਼ਨਲ ਟਰਾਮਾ ਜਾਂ ਗੈਪ ਸੀ ਜਿਹੜਾ, ਉਹਦਾ ਵੀ ਇੱਕ ਕਾਰਨ ਸੀ। ਚੀਨੀਆਂ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ। ਜੀ, ਹੁਣ ਜਿਹੜੇ ਸਾਊਥ ਏਸ਼ੀਅਨ ਭਾਈਚਾਰਾ ਹੈ, ਕੰਪੈਰੇਟਿਵਲੀ ਨਵੇਂ ਆ ਅਸੀਂ, ਬਿਲਕੁਲ। ਅਸੀਂ ਇਹਦੇ 'ਚੋਂ ਜ਼ਿਆਦਾ ਹੁਣ ਗੁਜ਼ਰ ਰਹੇ ਹਾਂ ਇਸ ਵੇਲੇ। ਜੀ, ਪਰ ਇਹਦੇ ਵਿੱਚ ਕਈ ਕਿਸਮ ਦੀਆਂ ਹੁਣ ਸਾਨੂੰ ਗੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇੱਕ ਤਾਂ ਇਹ ਕਿ ਜੇ ਬੱਚੇ ਇਨਵੋਲਵ ਹੋ ਵੀ ਜਾਂਦੇ ਆ, ਜੇ ਸਾਡੇ ਨਾਲ ਬੈਠਦੇ ਉੱਠਦੇ ਆ, ਸਾਡੀਆਂ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਆ, ਔਰ ਉਹ ਕੈਨੇਡੀਅਨ ਬੱਚੇ ਵੀ ਨੇ, ਔਰ ਫਿਰ ਉਹ ਗੱਲ ਜਿਹੜੀ ਆ ਉਹ ਆਪਣੇ ਦੋਸਤਾਂ ਨਾਲ ਜਾਂ ਕਿਸੇ ਤਰੀਕੇ ਨਾਲ ਸ਼ੇਅਰ ਵੀ ਕਰ ਲੈਂਦੇ ਆ, ਔਰ ਉਹਨਾਂ ਨੂੰ ਕੋਈ ਝਿਜਕ ਨਹੀਂ, ਉਹਨਾਂ ਨੂੰ ਲੱਗਦਾ ਨਹੀਂ ਕਿ ਇਹ ਬੜਾ ਟੌਪ ਸੀਕਰਟ ਆ। ਹਾਂਜੀ। ਪਰ ਜਦੋਂ ਮਾਪਿਆਂ ਨੂੰ ਪਤਾ ਲੱਗਦਾ, ਉਹਨੂੰ ਬਿਠਾ ਕੇ ਐਸਾ ਹੀ ਉਹਦੀ ਕਪੱਤ ਕਰਦੇ ਆ ਜੀ, ਕਿ ਤੈਨੂੰ ਪਤਾ ਨਹੀਂ ਘਰ ਦੀ ਗੱਲ ਘਰ 'ਚ ਰੱਖੀ ਦੀ ਹੁੰਦੀ ਆ। ਬਿਲਕੁਲ। ਤੂੰ ਘਰ ਦੀਆਂ ਗੱਲਾਂ ਜਾ ਕੇ ਬਾਹਰ ਸਕੂਲ 'ਚ ਕਰੀ ਜਾਂਦਾ। ਜੀ, ਸਾਨੂੰ ਪਤਾ ਲੱਗਿਆ ਤੂੰ ਆਹ ਗੱਲ ਦੱਸੀ ਆ। ਜੀ, ਉਹ ਕਹਿੰਦਾ ਵੀ ਇਹਦੇ 'ਚ ਕੀ ਗੱਲ ਹੋ ਗਈ। ਜੀ, ਜੇ ਮੈਂ ਗੱਲ ਦੱਸੀ ਵੀ ਆ ਵੀ ਆਪਾਂ ਇੱਕ ਹੋਰ ਘਰ ਲੈ ਲਿਆ ਵਰਨਵੀ ਦੇ ਵਿੱਚ, ਹਾਂਜੀ, ਉਹ ਕਹਿੰਦਾ ਤੂੰ ਕਾਹਤੇ ਦੱਸਿਆ ਲੋਕਾਂ ਨੂੰ। ਜੀ, ਉਹ ਕਹਿੰਦਾ ਉਹ 'ਚ ਕੀ ਗੱਲ ਆ। ਜੀ, ਉਹਦੇ ਲਈ ਤਾਂ ਉਹ ਮਾਮੂਲੀ ਗੱਲ ਆ ਉਹ, ਔਰ ਇਹ ਕਹਿੰਦੇ ਫੈਮਿਲੀ ਦਾ ਸੀਕਰਟ ਲੀਕ ਹੋ ਗਿਆ। ਜੀ। ਹੁਣ ਇਹੋ ਜਿਹੀਆਂ ਬਹੁਤ ਨਿੱਕੀਆਂ ਨਿੱਕੀਆਂ ਗੱਲਾਂ ਵੀ ਆ ਜਿਹੜੀਆਂ ਬੱਚਿਆਂ ਨੂੰ ਲੱਗਦਾ ਕਿ ਅਸੀਂ ਆਮ ਕਰ ਸਕਦੇ ਹਾਂ, ਪਰ ਫੈਮਿਲੀ ਨੂੰ ਲੱਗਦਾ ਕਿ ਇਹ ਘਰ ਦੀ ਗੱਲ ਘਰ 'ਚ ਰਹਿਣੀ ਚਾਹੀਦੀ ਹੈ, ਜੀ, ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ, ਇਹ ਲੀਕ ਆਊਟ ਕਰ ਦਿੰਦਾ ਗੱਲਾਂ। ਜੀ। ਸੋ ਕਿਵੇਂ ਡੀਲ ਕਰਨਾ ਚਾਹੀਦਾ ਫਿਰ ਉਸ ਸਿਚੁਏਸ਼ਨ ਨਾਲ? ਜੀ, ਸੋ ਇੱਕ ਇਹ ਮੈਨੂੰ ਬੜੀ ਫਨੀ ਗੱਲ ਲੱਗਦੀ ਹੁੰਦੀ ਆ, ਬਿਕਾਜ਼
ਗਰੋਇੰਗ ਅਪ ਜਦੋਂ ਅਸੀਂ ਵੀ 7ਵੀਂ 8ਵੀਂ ਵਿੱਚ ਸੀਗੇ, ਕਈ ਵਾਰੀ ਅਸੀਂ ਇੱਕ ਦੂਜੇ ਨਾਲ ਆਪਣੇ ਪੇਰੈਂਟਸ ਦੀ ਗੱਲ ਕਰ ਦਿੰਦੇ ਹੁੰਦੇ ਸੀਗੇ ਕੋਈ ਵੀ ਗੱਲ, ਅਤੇ ਬਾਅਦ 'ਚ ਅਸੀਂ ਬੜਾ ਗਿਲਟੀ ਫੀਲ ਕਰਨਾ। ਫਿਰ ਅਸੀਂ ਸੋਚਿਆ ਕਿ ਇਹ ਕਿਹੋ ਜਿਹੀ ਗੱਲ ਆ ਕਿ ਅਸੀਂ ਘਰ ਦੀ ਗੱਲ ਬਾਹਰ ਨਹੀਂ ਕਰ ਸਕਦੇ, ਪਰ ਘਰ ਦੀ ਗੱਲ ਘਰੇ ਵੀ ਨਹੀਂ ਕਰ ਸਕਦੇ, ਘਰੇ ਵੀ ਨਹੀਂ ਕੋਈ ਸੁਣਦਾ ਹੈਗਾ। ਸੋ ਆਈ ਥਿੰਕ ਜਿਹੜੇ ਮਾਪੇ ਇਸ ਚੀਜ਼ ਨਾਲ ਡੀਲ ਕਰ ਰਹੇ ਆ ਕਿ ਉਹਨਾਂ ਦੇ ਬੱਚੇ ਬਾਹਰ ਜਾ ਕੇ ਕੋਈ ਵੀ ਗੱਲ ਕਰਦੇ ਆ, ਤਾਂ ਤੁਸੀਂ ਜਿਵੇਂ ਕਿਸੇ ਪ੍ਰੋਜੈਕਟ ਦੀ ਘਰ ਘੁਰ ਦੀ ਗੱਲ ਸੁਣਾਈ ਆ, ਪਰ ਕਈ ਵਾਰੀ ਲੜਾਈਆਂ ਵੀ ਜਾਂ ਘਰ ਵਿੱਚ ਜੋ ਹੋ ਰਿਹਾ ਉਹਦੇ ਬਾਰੇ ਵੀ ਬਾਹਰ ਗੱਲ ਹੋ ਜਾਂਦੀ ਆ। ਆਈ ਥਿੰਕ ਉਹਦਾ ਸਭ ਤੋਂ ਵੱਡਾ ਇਹੀ ਸੋਲਿਊਸ਼ਨ ਹੈ ਕਿ ਤੁਸੀਂ ਘਰ ਦੇ ਵਿੱਚ ਗੱਲ ਕਰ ਲਓ ਅਤੇ ਇੱਕ ਦੂਜੇ ਦੀ ਗੱਲ ਸੁਣ ਲਓ। ਅਗੇਨ ਮੈਂ ਆਪਣੀ ਸਾਈਡ ਤੋਂ ਹੀ ਬੋਲ ਸਕਦੀ ਹਾਂ। ਆਪਣੀ ਸਾਈਡ ਤੋਂ ਮੈਂ ਦੇਖਿਆ ਬਹੁਤ ਵਾਰੀ ਕਿ ਜਦੋਂ ਅਸੀਂ ਆਪਣੇ ਮਾਪਿਆਂ ਨਾਲ ਗੱਲ ਕਰਦੇ ਹਾਂ ਵੀ ਅਸੀਂ ਇੱਦਾਂ ਮਹਿਸੂਸ ਕਰ ਰਹੇ ਹਾਂ ਜਾਂ ਸਾਨੂੰ ਇਹ ਚੀਜ਼ ਬੁਰੀ ਲੱਗ ਰਹੀ ਆ, ਸਾਨੂੰ ਸਾਹਮਣੇ ਉਹ ਕਈ ਵਾਰੀ ਗਿਲਟ ਟ੍ਰਿਪਿੰਗ ਸੁਣਨ ਨੂੰ ਮਿਲਦੀ ਆ। ਅਤੇ ਗਿਲਟ ਟ੍ਰਿਪਿੰਗ ਦਾ ਮਤਲਬ ਹੁੰਦਾ ਕਿ ਅਸੀਂ ਤੁਹਾਡੇ ਲਈ ਇੰਨਾ ਕੁਛ ਕੀਤਾ ਅਤੇ ਤੁਸੀਂ ਸਾਨੂੰ ਇਹ ਕਹਿ ਰਹੇ ਹੋ, ਅਸੀਂ ਤੁਹਾਡੇ ਲਈ ਦੇਸ਼ ਛੱਡ ਕੇ ਆ ਗਏ, ਤੁਸੀਂ ਸਾਨੂੰ ਕਹਿ ਰਹੇ ਹੋ ਵੀ ਅਸੀਂ ਤੁਹਾਨੂੰ ਬੋਲਣਾ ਨਹੀਂ ਆਉਂਦਾ, ਇੰਨੀ ਨਿੱਕੀ ਜਿਹੀ ਗੱਲ ਲਈ ਤੁਸੀਂ ਸਾਨੂੰ ਕਹੀ ਜਾਂਦੇ ਹੋ। ਐਂਡ ਬਹੁਤ ਵਾਰੀ ਇੱਦਾਂ ਹੁੰਦਾ, ਫਿਰ ਦੂਜਾ ਸਾਈਡ ਸ਼ਟ ਡਾਊਨ ਆਪੇ ਹੋ ਜਾਂਦਾ ਆ। ਸੋ ਜੇ ਬੱਚੇ ਨੂੰ ਲੱਗੇ ਕਿ ਮੇਰੀ ਗੱਲ ਸੁਣੀ ਨਹੀਂ ਜਾ ਰਹੀ ਹੈਗੀ, ਇਹਨੂੰ ਇੱਦਾਂ ਮਹਿਸੂਸ ਹੋਊਗਾ ਕਿ ਆਈ ਡੋਂਟ ਵਾਂਟ ਟੂ ਮੇਕ ਮਾਈ ਪੇਰੈਂਟ ਫੀਲ ਕਿ ਉਹ ਪੇਰੈਂਟ ਵਜੋਂ ਹੀ ਫੇਲ ਹੋ ਗਏ। ਸੋ ਇਸ ਲਈ ਇਹਦਾ ਫਰਸਟ ਸਟੈਪ ਇਹ ਆ ਕਿ ਤੁਸੀਂ ਤਾਂ ਆਪਣੇ ਬੱਚਿਆਂ ਨੂੰ ਆਪਣੀ ਗੱਲ ਸੁਣਾਓਗੇ ਕਿ ਤੁਸੀਂ ਉਹਨਾਂ ਲਈ ਕੀ ਕੀ ਕੀਤਾ ਐਂਡ ਆਲ ਦੈਟ, ਐਂਡ ਉਹ ਸੁਣਨਗੇ ਵੀ। ਪਰ ਜਦੋਂ ਬੱਚੇ ਤੁਹਾਨੂੰ ਆਪਣਾ ਪਹਿਲੂ ਸੁਣਾ ਰਹੇ ਆ ਤਾਂ ਸਿਰਫ ਤੁਸੀਂ ਇੱਕ ਵਧੀਆ ਲਿਸਨਰ ਦੇ ਵਜੋਂ ਤੁਸੀਂ ਉਹ ਚੀਜ਼ ਸੁਣੋ, ਅਤੇ ਇੱਦਾਂ ਨਾ ਸੋਚੋ ਕਿ ਇਹ ਤਾਂ ਸਾਨੂੰ ਤਾਂ ਸੁਣਾ ਰਹੇ ਆ ਦੱਸਣ ਲਈ ਕਿ ਤੁਸੀਂ ਐਜ਼ ਅ ਪੇਰੈਂਟ ਫੇਲ ਹੋ ਗਏ ਹੋ। ਉਹ ਸਿਰਫ ਤੁਹਾਡੇ ਨਾਲ ਕੋਲੈਬੋਰੇਟ ਕਰਨਾ ਚਾਹੁੰਦੇ ਆ, ਕੋਆਪਰੇਟ ਕਰਨਾ ਚਾਹੁੰਦੇ ਆ, ਤਾਂ ਕਿ ਦੋਨੋਂ ਸਾਈਡ ਸੁਣ ਕੇ ਕਿਸੇ ਨਾ ਕਿਸੇ ਸੋਲਿਊਸ਼ਨ ਤੱਕ ਆਪਾਂ ਪਹੁੰਚ ਸਕੀਏ। ਨਹੀਂ, ਮੈਂ ਜਿਹੜੀ ਤੁਹਾਨੂੰ ਗੱਲ ਕਰ ਰਿਹਾ ਸੀ ਕਿ ਕਈ ਘਰ ਦੀਆਂ ਗੱਲਾਂ ਬੱਚੇ ਤਾਂ ਕਈ ਵਾਰੀ ਹੁੱਬ ਕੇ ਦੱਸ ਦਿੰਦੇ ਨੇ ਕਿ ਸਾਡਾ ਡੈਡ ਇੰਨਾ ਟੈਲੈਂਟਡ ਆ, ਉਹਨੇ ਇਸ ਤਰ੍ਹਾਂ ਵੀ ਕਰ ਸਕਦਾ ਉਹ ਜੀ, ਪਰ ਉਸ ਨੂੰ ਇਸ ਸੈਂਸ 'ਚ ਲਿਆ ਜਾਂਦਾ ਕਿ ਤੂੰ ਘਰ ਦੀ ਫੈਮਿਲੀ ਦੀ ਸੀਕ੍ਰੇਸੀ ਲੂਜ਼ ਕਰ ਗਿਆ। ਸਾਡੀ ਜਿਹੜੀ ਗੁਪਤ ਗੱਲ ਸੀ, ਘਰ ਦੀਆਂ ਗੱਲਾਂ ਬਾਹਰ ਨਹੀਂ ਦੱਸੀ ਦੀਆਂ, ਕੁੱਟ ਕੇ ਮਨ 'ਚ ਭਰ ਜਾਂਦੇ ਆ। ਘਰ ਦੀਆਂ ਗੱਲਾਂ ਬਾਹਰ ਬਿਲਕੁਲ ਨਹੀਂ ਕਰਨੀ, ਘਰ ਦੀ ਗੱਲ ਘਰ 'ਚ ਰਹੇ ਜੀ। ਜਵਾਨ ਲੜਕੀਆਂ ਕਈ ਸ਼ਾਦੀ ਤੋਂ ਬਾਅਦ ਕਈ ਪਰਿਵਾਰਾਂ ਦੇ ਵਿੱਚ ਆਉਂਦੀਆਂ ਜਿਨ੍ਹਾਂ ਦੀ ਕੈਨੇਡੀਅਨ ਪਰਵਰਿਸ਼ ਆ, ਔਰ ਉਹਨਾਂ ਨੂੰ ਵੀ ਫਿਰ ਇਹ ਦੱਸਿਆ ਜਾਂਦਾ ਕਿ ਤੂੰ ਘਰ ਦੀ ਗੱਲ ਘਰ 'ਚ ਹੀ ਰੱਖਣੀ ਹੈ, ਇਸ ਪਰਿਵਾਰ ਦੀ ਗੱਲ ਬਾਹਰ ਨਹੀਂ ਨਿਕਲਣੀ ਚਾਹੀਦੀ ਜੀ। ਔਰ ਬੜੀਆਂ ਹੈਰਾਨ ਹੁੰਦੀਆਂ, ਕਈ ਤਾਂ ਉਹ ਮੰਨ ਵੀ ਲੈਂਦੀਆਂ ਹੁਕਮ ਦੇ ਤੌਰ 'ਤੇ, ਪਰ ਉਹਨਾਂ ਦਾ ਅੰਦਰ ਜਿਹੜਾ ਕਸ਼ਮਕਸ਼ ਚੱਲਦੀ ਰਹਿੰਦੀ ਹੈ ਵੀ ਕੀ ਮੈਂ ਕੋਈ ਪ੍ਰਿਜ਼ਨਰ ਹਾਂ ਇੱਥੇ, ਮੈਂ ਕਿਉਂ ਨਹੀਂ ਮੈਂ ਆਪਣੇ ਮਨ ਦੀ ਗੱਲ ਜੋ ਮੇਰੇ ਮਨ 'ਚ ਮੈਂ ਠੀਕ ਸਮਝਦੀ ਹਾਂ ਜੀ, ਮੈਂ ਸੈਂਸਿਬਲ ਨੋਰਮਲ ਪ੍ਰੂਡੈਂਟ ਪਰਸਨ ਹਾਂ, ਜੇ ਮੇਰੀ ਡਿਗਰੀ ਕੀਤੀ ਹੋਈ ਆ ਤਾਂ ਮੈਨੂੰ ਇਹ ਨਹੀਂ ਪਤਾ ਕਿ ਕਿਹੜੀ ਗੱਲ ਮੈਂ ਕਿਸੇ ਨਾਲ ਕਿਵੇਂ ਕਰਨੀ ਆ ਜੀ। ਪਰ ਇਹ ਜਿਹੜਾ ਕੋਡ ਆਫ ਸਾਇਲੈਂਸ ਆ ਕਿਵੇਂ ਇੰਪੈਕਟ ਕਰ ਰਿਹਾ ਜਨਰੇਸ਼ਨ? ਜੀ, ਸੋ ਜਿਹੜਾ ਇਹ ਕੋਡ ਆਫ ਸਾਇਲੈਂਸ ਆ ਇੰਪੈਕਟ ਇੱਕ ਤਰੀਕੇ ਨਾਲ ਤਾਂ ਇਹ ਵੀ ਕਰ ਰਿਹਾ ਕਿਉਂਕਿ ਇੱਥੋਂ ਦੇ ਜਿਹੜੇ ਬੱਚੇ ਆ ਉਹ ਵੱਡੇ ਹੋਏ ਆ ਇੱਕ ਇੰਡੀਵਿਜੂਅਲਿਸਟਿਕ ਸੁਸਾਇਟੀ ਦੇ ਵਿੱਚ। ਜਿਹੜੇ ਸਾਡੇ ਮਾਂ-ਬਾਪ ਆ ਉਹ ਇੱਕ ਕਲੈਕਟਿਵਿਸਟ ਸੁਸਾਇਟੀ ਦੇ ਵਿੱਚ ਵੱਡੇ ਹੋਏ ਆ। ਕਲੈਕਟਿਵਿਸਟ ਸੁਸਾਇਟੀਜ਼ ਹੁੰਦੀਆਂ ਨੇ ਜਿਹੜੀਆਂ ਤੁਸੀਂ ਆਪਣੇ ਘਰ ਦੀ ਗੱਲ ਆਪਣੇ ਘਰ ਦੇ ਵਿੱਚ ਹੀ ਰੱਖਣੀ ਆ, ਪਰ ਫਿਰ ਵੀ ਕਰਨਾ ਉਹ ਕੁਛ ਹੀ ਆ ਜੋ ਸਮਾਜ ਵਿੱਚ ਤੁਹਾਡਾ ਮੂੰਹ ਬਚਾਈ ਰੱਖੇ। ਅਤੇ ਜਿਹੜੀਆਂ ਇੰਡੀਵਿਜੂਅਲਿਸਟਿਕ ਸੁਸਾਇਟੀਜ਼ ਹੁੰਦੀਆਂ ਉਹ ਕਹਿੰਦੀਆਂ ਨੇ ਵੀ ਜਿਹੜੀ ਸਾਡੀ ਪਰਸਨਲ ਫਰੀਡਮ ਆ, ਵੀ ਤੁਸੀਂ ਕਹਿ ਸਕਦੇ ਹੋ ਸਵੈ ਨਿਰਭਰਤਾ, ਅਸੀਂ ਆਪਣੇ ਉੱਪਰ ਹੀ ਆਪਣੀ ਖੁਸ਼ੀ ਲਈ ਰਿਲਾਈ ਕਰਦੇ ਹਾਂ, ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਬਾਹਰ ਕੋਈ ਸਾਡੇ ਬਾਰੇ ਕੀ ਸੋਚਦਾ ਆ। ਸੋ ਇਸੇ ਲਈ ਜਿਹੜੇ ਬੱਚੇ ਆ ਉਹ ਕਈ ਵਾਰੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਗੱਲ ਕਰ ਲੈਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਕੋਈ ਰੈਪਿਊਟੇਸ਼ਨ ਉੱਪਰ ਕੋਈ ਇੱਦਾਂ ਦੀ ਗੱਲ ਨਹੀਂ ਗੀ ਵੀ ਉਹ ਕਹਿਣਗੇ ਵੀ ਅਸੀਂ ਤਾਂ ਹੁਣ ਤੇਰੇ ਮਾਂ ਬਾਪ ਬਾਰੇ ਕੁਝ ਗਲਤ ਸੋਚਦੇ ਹਾਂ। ਉਹ ਸਿਰਫ ਇੱਕ ਦੂਜੇ ਨਾਲ ਸਾਂਝ ਪਾ ਰਹੇ ਹੁੰਦੇ ਆ। ਪਰ ਜਿਹੜੇ ਮਾਪੇ ਨੇ ਉਹਨਾਂ ਨੂੰ ਲੱਗਦਾ ਆ ਕਿ ਸਾਡੇ ਘਰ ਦੀ ਗੱਲ ਬਾਹਰ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਉਹਨਾਂ ਦਾ ਕਲਚਰਲ ਡਿਫਰੈਂਸ ਹੋ ਗਿਆ ਇੱਕ ਤਰ੍ਹਾਂ ਦੇ ਨਾਲ। ਅਤੇ ਬਹੁਤ ਵਾਰੀ ਜਿਹੜੇ ਪੇਰੈਂਟਸ ਆ ਸਾਨੂੰ ਉਹਨਾਂ ਤੋਂ ਸੁਣਨ ਤੋਂ ਇਹ ਚੀਜ਼ ਮਿਲਦੀ ਆ ਕਿ ਤੁਹਾਡੇ ਫਰੈਂਡਸ ਠੀਕ ਨਹੀਂ ਗੇ ਜਾਂ ਤੁਸੀਂ ਜਿਨ੍ਹਾਂ ਨਾਲ ਗੱਲ ਕਰਦੇ ਹੋ ਉਹਨਾਂ ਨਾਲ ਨਹੀਂ ਕਰਨੀ ਚਾਹੀਦੀ ਹੈਗੀ। ਪਰ ਜਿਹੜੇ ਆਪਣੇ ਉਹਨਾਂ ਦੇ ਟੌਕਸਿਕ ਰਿਲੇਟਿਵਸ ਹੁੰਦੇ ਆ ਜਾਂ ਕਈ ਵਾਰੀ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਕਮੀਆਂ ਹੁੰਦੀਆਂ ਨੇ ਜਾਂ ਕਈ ਵਾਰੀ ਉਹਨਾਂ ਨੇ ਖਰਾਬੀ ਕੀਤੀ ਹੁੰਦੀ ਆਪਾਂ ਘਰ 'ਚ ਹੀ ਸੁਣਦੇ ਰਹਿੰਦੇ ਆਪਣੇ ਮਾਪਿਆਂ ਤੋਂ। ਤੁਸੀਂ ਕੀ ਸ਼ਬਦ ਵਰਤਿਆ?
ਟੌਕਸਿਕ ਰਿਲੇਟਿਵਸ ਆਮ ਨਾਟ ਸੇਇੰਗ ਵੀ ਸਾਰੇ ਰਿਲੇਟਿਵਸ ਟੌਕਸਿਕ ਹੁੰਦੇ ਆ ਕਈ ਵਾਰੀ ਇਦਾਂ ਅਸੀਂ ਸਟੋਰੀ ਸੁਣਦੇ ਆ ਆਪਣੇ ਪੇਰੈਂਟਸ ਤੋਂ ਕਿ ਉਹਨਾਂ ਨੇ ਸਾਡੇ ਬਾਰੇ ਇਦਾਂ ਕਹਿਤਾ ਜਾਂ ਉਹਨਾਂ ਨੇ ਸਾਡੇ ਨਾਲ ਇਦਾਂ ਬਿਜ਼ਨਸ ਵਿੱਚ ਖਰਾਬੀ ਕਰਤੀ, ਪਰ ਬੁਲਾਈ ਅਸੀਂ ਫਿਰ ਵੀ ਜਾਂਦੇ ਆ ਉਹਨਾਂ ਨੂੰ ਕਦੇ ਕੋਈ ਕੁਛ ਕਹਿੰਦਾ ਨਹੀਂ, ਉਹਨਾਂ ਦਾ ਸਾਰਾ ਕੁਛ ਸਿਰ ਮੱਥੇ। ਪਰ ਜਿਹੜੇ ਸਾਡੇ 2-3 ਫਰੈਂਡ ਹੁੰਦੇ ਉਹਨਾਂ ਨੇ ਵਿਚਾਰਿਆਂ ਨੇ ਕਦੇ ਕੁਛ ਕੀਤਾ ਹੀ ਨਹੀਂ। ਉਹਨਾਂ ਨੂੰ ਕਈ ਵਾਰੀ ਸਾਡੇ ਪੇਰੈਂਟਸ ਕਹਿੰਦੇ ਆ ਕਿ ਇਹਨਾਂ ਨੂੰ ਉੱਪਰ ਵਿਸ਼ਵਾਸ ਨਹੀਂ ਕਰਨਾ, ਇਹ ਆਪਣੇ ਘਰ ਤੋਂ ਬਾਹਰ ਨੇ। ਸੋ ਉਹ ਕਈ ਵਾਰੀ ਡਾਇਲੇਮਾ ਜਿਹੜਾ ਬੱਚਿਆਂ ਨੂੰ ਆ ਉਹ ਬੜਾ ਫਨੀ ਲੱਗਦਾ ਹੈ ਕਿ ਸਾਡੇ ਰਿਸ਼ਤੇਦਾਰ ਜੋ ਕਿ ਸਾਡੇ ਨਾਲ ਐਕਚੁਅਲ ਵਿੱਚ ਖਰਾਬੀ ਕਰ ਚੁੱਕੇ ਨੇ ਸਾਡੀ ਫੈਮਿਲੀ ਹਿਸਟਰੀ ਦੇ ਵਿੱਚ, ਹਾਂਜੀ, ਜਿਹੜੇ ਸਾਡੇ ਦੋਸਤ ਨੇ ਔਰ ਉਹ ਸਾਡੇ ਵੈਲਵਿਸ਼ਰ ਨੇ, ਉਹਨਾਂ ਨੂੰ ਅਲਾਉਡ ਨਹੀਂਗਾ। ਬਿਲਕੁਲ। ਐਂਡ ਮੈਨੂੰ ਇੱਕ ਬਹੁਤ ਹੋਰ ਫਨੀ ਗੱਲ ਲੱਗਦੀ ਹੁੰਦੀ ਆ, ਕਈ ਵਾਰੀ ਅਸੀਂ, ਹੁਣ ਤਾਂ ਨਹੀਂ ਇੰਨਾ ਹੁੰਦਾ, ਬਟ ਜਦੋਂ ਵੈਨ ਵੀ ਵਰ ਗਰੋਇੰਗ ਅਪ ਅਸੀਂ ਇੱਦਾਂ ਪਲਾਨ ਬਣਾਉਂਦੇ ਹੁੰਦੇ ਸੀ ਕਿ ਹੁਣ ਚਲੋ ਅਸੀਂ ਮੰਡੇ ਨੂੰ ਮਿਲ ਲਏ, ਹੁਣ ਅਸੀਂ ਵੈਨਸਡੇ ਨੂੰ ਹੀ ਮਿਲਾਂਗੇ, ਕਿਉਂਕਿ ਨਹੀਂ ਤਾਂ ਪੇਰੈਂਟਸ ਨੇ ਕਹਿਣਾ ਕਿ ਤੁਸੀਂ 2 days ਇਨ ਅ ਰੋ ਕਿਉਂ ਫਨ ਕਰ ਰਹੇ ਹੋ। ਪਰ ਉਹ ਐਕਚੁਅਲੀ ਇੱਦਾਂ ਨਹੀਂ ਕਹਿੰਦੇ ਹੁੰਦੇ ਸੀ, ਯੂ ਨੋ ਦੇ ਵੁੱਡ ਬੀ ਲਾਈਕ ਤੂੰ ਕੱਲ੍ਹ ਤਾਂ ਜਾ ਕੇ ਆਈ ਸੀ, ਹੁਣ ਫਿਰ ਚੱਲੀ ਆ। ਸੋ ਇੱਦਾਂ ਕਈ ਵਾਰੀ ਕਲਚਰਲ ਡਿਫਰੈਂਸਿਸ ਆ ਜਾਂਦੇ ਆ ਥੋੜ੍ਹੇ ਜਿਹੇ, ਕਿਉਂਕਿ ਜਦੋਂ ਸਾਡੀ ਉਮਰ ਦੇ ਸੀਗੇ ਪੇਰੈਂਟਸ ਆਪਣੀ 20s ਦੇ ਵਿੱਚ ਸੀਗੇ, ਉਹ ਆਪਣੀ ਫੈਮਿਲੀ ਬਣਾ ਰਹੇ ਸੀਗੇ, ਉਹ ਆਪਣਾ ਘਰ-ਬਾਰ ਬਣਾ ਰਹੇ ਸੀ। ਸੋ ਘਰੇ ਹੀ ਰਹਿੰਦੇ ਸੀਗੇ, ਆਪਣੇ ਬੱਚਿਆਂ ਦੇ ਨਾਲ ਰਹਿੰਦੇ ਸੀ ਜਾਂ ਘਰੇ ਕੰਮ-ਕੁਮ ਕਰਦੇ ਸੀਗੇ ਉਹ। ਬਟ ਹੁਣ ਸਾਡਾ ਸੋਸ਼ਲ ਸਰਕਲ, ਸਾਡੀ ਫੈਮਲੀਜ਼ ਨਹੀਂ, ਕਈਆਂ ਦੇ ਜਿਨ੍ਹਾਂ ਦੇ ਨਹੀਂ ਵਿਆਹ ਹੋਏ ਉਹਨਾਂ ਦਾ ਸੋਸ਼ਲ ਸਰਕਲ ਉਹਨਾਂ ਦੇ ਦੋਸਤ ਮਿੱਤਰੀਆਂ ਆ, ਸਹੇਲੀਆਂ ਹੀ ਨੇ, ਸੋ ਉਹਨਾਂ ਨੂੰ ਮਿਲ ਜਾਂਦੇ ਆ। ਸੋ ਇਸ ਲਈ ਵੀ ਕਿਉਂਕਿ ਜਿਹੜਾ ਹੁਣ ਜ਼ਿੰਦਗੀ ਦਾ ਪੜਾਅ ਆ ਉਹ ਵੱਖਰਾ ਦਿਖ ਰਿਹਾ ਸਾਡੇ ਪੇਰੈਂਟਸ ਨਾਲ ਕੰਪੇਅਰਡ, ਸੋ ਉਹ ਵੀ ਥੋੜ੍ਹਾ ਜਿਹਾ ਡਿਫਰੈਂਸ ਹੋ ਜਾਂਦਾ ਆ। ਪਰ ਇਹ ਸਾਰਾ ਕੁਛ ਜਿਹੜਾ ਹੁਣ ਕਿਸ ਤਰੀਕੇ ਨਾਲ ਆਪਾਂ ਇਹਨੂੰ ਨਜਿੱਠ ਸਕਦੇ ਹਾਂ ਜਾਂ ਕਿਸ ਕਿਸਮ ਦੇ ਕੰਪਰੋਮਾਈਜ਼ਸ ਹੋ ਸਕਦੇ ਆ, ਇਹ ਸਮਝੌਤੇ ਹੀ ਬੇਸਿਕਲੀ ਤਾਂ ਹੋਣੇ ਆ ਜੀ। ਜੇ 2-3 ਜਨਰੇਸ਼ਨਸ ਨੇ, ਹੁਣ ਕਈ ਬੱਚੇ ਨੇ ਨਾ ਜੀ ਜਿਹੜੇ ਵੱਡੇ ਹੋ ਚੁੱਕੇ ਨੇ, ਐਡਲਟ ਹੋ ਗਏ, ਪਰ ਉਹ ਪੇਰੈਂਟਸ ਨਾਲ ਸਿੱਧੇ ਤੌਰ ਦੇ ਉੱਤੇ ਕੋਈ ਲੜਾਈ ਝਗੜਾ ਨਹੀਂ ਕਰਨਾ ਚਾਹੁੰਦੇ। ਬਿਲਕੁਲ ਯਕੀਨ ਕਰਨਾ ਕਿ ਇੱਥੋਂ ਦੇ ਰਹਿਣ ਵਾਲੇ ਬੱਚੇ, ਇੱਥੇ ਜਿਨ੍ਹਾਂ ਦੇ ਮਾਪਿਆਂ ਦੇ ਘਰ ਕਾਫੀ ਵੱਡੇ ਨੇ, 4-4 5-5 ਕਮਰੇ ਖਾਲੀ ਪਏ ਆ, ਔਰ ਉਹ ਅਪਾਰਟਮੈਂਟ ਲੈ ਕੇ ਸਾਡੇ ਇੱਥੇ ਹੀ 10-15-20 ਕਿਲੋਮੀਟਰ ਤੇ ਉਹ ਆਪਣੇ ਅਪਾਰਟਮੈਂਟ 'ਚ ਰਹਿ ਰਹੇ ਨੇ। ਘਰ ਖਾਲੀ ਪਏ ਨੇ ਜਿਹੜੇ ਉਹਨਾਂ ਨੇ ਬਣਾਏ ਸੀ ਇਹਨਾਂ ਬੱਚਿਆਂ ਲਈ, ਪਰ ਬੱਚੇ ਉਹ ਅਲੱਗ ਰਹਿ ਰਹੇ ਨੇ। ਔਰ ਫਿਰ ਬਲੇਮ ਉਹ ਬੱਚਿਆਂ ਤੇ ਦੇ ਰਹੇ ਨੇ ਪੇਰੈਂਟਸ। ਬਸ ਪਤਾ ਨਹੀਂ ਕੀ ਹੋ ਗਿਆ ਨਾ ਜਵਾਕਾਂ ਨੂੰ ਅੱਜ ਕੱਲ੍ਹ। ਯੂ ਨੋ ਅਪਾਰਟਮੈਂਟ 'ਚ ਰਹਿੰਦਾ, ਘਰ ਖਾਲੀ ਪਿਆ, ਘਰ ਅਸੀਂ ਉਹਦਾ ਕਮਰਾ ਖਾਲੀ ਰੱਖਿਆ ਹੋਇਆ, ਹਾਲੇ ਵੀ ਅਸੀਂ ਉਹਦਾ ਕਮਰਾ ਸਾਫ਼ ਕਰਦੇ ਹਾਂ ਜੀ। ਯੂ ਨੋ ਪਰ ਉਹ ਰਹਿ ਕੇ ਖੁਸ਼ ਨਹੀਂ ਗਏ। ਆ ਗਏ ਸੰਡੇ ਨੂੰ ਪਰੌਠੇ ਖਾ ਕੇ ਫਿਰ ਚਲੇ ਗਏ, ਵਿਜ਼ਿਟ ਕਰ ਗਏ, ਇਸ ਤਰ੍ਹਾਂ ਜਾਂਦੇ ਆਉਂਦੇ ਆ। ਪਰ ਬੇਸਿਕਲੀ ਇਹੀ ਪ੍ਰੋਬਲਮ ਹੈ ਜੀ। ਆਈ ਥਿੰਕ ਇਹਦੇ ਵਿੱਚ ਜਿਵੇਂ ਮੈਂ ਕਿਹਾ ਸੀ, ਇਹ ਸਮਝਣ ਦੀ ਗੱਲ ਆ ਕਿ ਜਿਸ ਤਰ੍ਹਾਂ ਅਸੀਂ ਵੱਡੇ ਹੋਏ ਹਾਂ ਅਤੇ ਜਿਸ ਤਰ੍ਹਾਂ ਸਾਡੇ ਮਾਪੇ ਵੱਡੇ ਹੋਏ ਆ, ਉਹਦੇ ਵਿੱਚ ਬਹੁਤ ਵੱਡਾ ਅੰਤਰ ਆ। ਜਿਹੜਾ ਇਹ ਦੇਸ਼ ਆ ਅਤੇ ਜੇ ਪੰਜਾਬ, ਇੰਡੀਆ, ਪਾਕਿਸਤਾਨ ਦੀ ਗੱਲ ਕਰੀਏ, ਬਹੁਤ ਹੀ ਜ਼ਿਆਦਾ ਵੱਡਾ ਅੰਤਰ ਆ। ਅਸੀਂ ਜਿਸ ਤਰ੍ਹਾਂ ਵੱਡੇ ਹੋਏ ਹਾਂ, ਅਸੀਂ ਹਮੇਸ਼ਾ ਸੋਚਦੇ ਹਾਂ ਮੈਂ ਕੀ ਚਾਹੁੰਦਾ ਆ। ਜਿਸ ਤਰ੍ਹਾਂ ਸਾਡੇ ਮਾਪੇ ਵੱਡੇ ਹੋਏ ਨੇ, ਉਹ ਹਮੇਸ਼ਾ ਉਹਨਾਂ ਦੀ ਫੈਮਿਲੀ, ਸਿਰਫ ਉਹਨਾਂ ਦੀ ਫੈਮਿਲੀ ਨਹੀਂ ਹੁੰਦੀ ਸੀ, ਸਮਾਜ ਵੀ, ਜਿਹੜੇ ਉਹਨਾਂ ਦੇ ਆਲੇ ਦੁਆਲੇ, ਉਹਨਾਂ ਦੇ ਪੜੋਸੀ ਵੀ, ਪਿੰਡ ਵਾਲੇ ਕੀ ਕਹਿਣਗੇ। ਸੋ ਅਸੀਂ ਕੀ ਚਾਹੁੰਦੇ ਹਾਂ, ਇਹ ਸੋਚ ਕੇ ਵੱਡੇ ਹੋਏ ਆ। ਜਿਹੜੀਆਂ ਪੁਰਾਣੀਆਂ ਜਨਰੇਸ਼ਨ ਸੀਗੀਆਂ, ਉਹਨਾਂ ਦੇ ਵਿੱਚ ਕੰਮ ਲਈ ਕਿਤੇ ਹੋਰ ਚਲ ਜਾਣਾ ਘੱਟ ਸੀਗਾ। ਸਾਡੇ ਲਈ ਤਾਂ ਇੱਥੇ ਜ਼ਿਆਦਾ ਬੱਚੇ ਸੋਚਦੇ ਨਹੀਂ ਘਰੋਂ ਬਾਹਰ ਜਾਣਾ ਯੂਨੀਵਰਸਿਟੀ ਦੇ ਲਈ ਜਾਂ ਕੰਮ ਲਈ, ਉਹ ਮੂਵ ਹੋ ਜਾਂਦੇ ਆ ਜਦੀ। ਐਂਡ ਮੋਰ ਓਵਰ ਜਿਹੜੇ ਇੱਥੋਂ ਦੇ ਬੱਚੇ ਆ, ਉਹਨਾਂ ਲਈ ਜਿਹੜੀ ਚੀਜ਼ ਆ, ਜਿਹੜਾ ਕੰਮ ਆ, ਉਹ ਜ਼ਿਆਦਾ ਮਾਇਨੇ ਰੱਖਦਾ, ਰਿਲੇਸ਼ਨਸ਼ਿਪ ਘੱਟ। ਮਤਲਬ ਉਹ ਇਹ ਨਹੀਂ ਸੋਚਣਗੇ ਕਿ ਮੇਰੇ ਮੂਹਰੇ ਮੇਰੇ ਡੈਡ ਜਾਂ ਮੇਰੇ ਮੋਮ ਖੜ੍ਹੇ ਆ, ਮੈਂ ਜੇ ਸਾਰੇ ਇਕੱਠੇ ਬੈਠੇ ਖਾ ਰਹੇ ਆ ਤਾਂ ਮੈਂ ਹੀ ਚੱਕ ਕੇ ਲੈ ਕੇ ਆਉਣਾ ਕੋਈ ਚੀਜ਼ ਜਾਂ ਪਾਣੀ ਦਾ ਗਲਾਸ। ਜਾਂ ਆਪਾਂ ਇਹ ਹਮੇਸ਼ਾ ਦੇਖਿਆ ਆ ਵੀ ਜੇ ਸਾਰੇ ਇਕੱਠੇ ਬਹਿ ਕੇ ਰੋਟੀ ਖਾ ਰਹੇ ਆ, ਯੂਜਲੀ ਜੇ ਕਿਸੇ ਨੂੰ ਕੁਛ ਚਾਹੀਦਾ ਤਾਂ ਹਮੇਸ਼ਾ ਮੋਮ ਹੀ ਉੱਠਦੇ ਹੁੰਦੇ ਸੀਗੇ, ਛੋਟਾ ਸਭ ਤੋਂ ਜਾਂ ਸਭ ਤੋਂ ਛੋਟਾ। ਬਿਲਕੁਲ ਤੁਸੀਂ ਸਹੀ ਕਿਹਾ। ਪਰ ਇੱਥੋਂ ਦੇ ਬੱਚੇ ਸੋਚਦੇ ਆ ਕਿ ਜਿਹੜਾ ਕੰਮ ਆ, ਉਹ ਜਿਹਨੂੰ ਪਾਣੀ ਚਾਹੀਦਾ ਉਹ ਉੱਠੇ, ਆਪਣਾ ਪਾਣੀ ਆਪੇ ਲੈ ਕੇ ਆਵੇ। ਹਾਊ ਕਮ ਕਦੇ ਡੈਡ ਨਹੀਂ ਉੱਠ ਕੇ ਜਾਂਦੇ ਪਾਣੀ ਲੈਣ? ਸਾਰੇ ਘਰਾਂ ਦੇ ਵਿੱਚ ਇੱਦਾਂ ਨਹੀਂ ਹੁੰਦਾ, ਬਟ ਕਈਆਂ ਦੇ ਵਿੱਚ ਹੁੰਦਾ। ਛੋਟੇ ਭਰਾ ਸੀਗੇ ਇਸੇ ਪਰਵਰਿਸ਼ ਦੇ ਵਿੱਚ ਜੀ, ਉਹਨਾਂ ਤੋਂ ਇੰਨਾ ਕੰਮ, ਉਹ ਕਹਿੰਦੇ ਇਹਦੇ ਨਾਲ ਤਾਂ ਮੈਂ ਤਾਂ ਨੌਕਰ ਹੀ ਬਣ ਕੇ ਰਿਹਾ ਆਲਮੋਸਟ। ਛੋਟੇ ਸਾਰੇ ਛੋਟੇ ਨੂੰ ਕੰਮ ਕਰੀ ਜਾਂਦੇ, ਤੁਸੀਂ ਤੂੰ ਵੀ ਕਰ, ਤੇਰੀ ਜ਼ਿੰਮੇਵਾਰੀ ਬਣਦੀ ਆ। ਇੱਕ ਸਿਸਟਮ ਬਣਾਇਆ ਹੋਇਆ, ਮੇਰਾ ਖਿਆਲ ਉਹ ਸਿਸਟਮ ਦੇ ਵਿੱਚ ਹੁਣ ਤਬਦੀਲੀਆਂ ਆਉਣਗੀਆਂ ਜਾਂ ਆ ਰਹੀਆਂ। ਹਾਂਜੀ, ਆ ਵੀ ਰਹੀਆਂ ਨੇ ਤੇ ਕਾਫੀ ਜਾਂ ਫਿਰ ਵਿਸਫੋਟਕ ਤਰੀਕੇ ਨਾਲ ਕਈ ਸੀਰੀਅਸ ਕਨਫਲਿਕਟ ਵੀ ਹੋ ਰਹੇ ਆ।
ਹਾਂਜੀ ਕਨਫਲਿਕਟ ਤਾਂ ਹੋ ਰਹੇ ਆ ਮਿਸਟਰ ਥਿੰਨ, ਬਟ ਹੁਣ ਸਿਰਫ ਗੱਲਾਂ ਬਾਤਾਂ ਉੱਪਰ ਵੀ ਜੇ ਅਸੀਂ ਨਾ ਉਧਾਰਿਤ ਰਹਿ ਕੇ ਅਸੀਂ ਡੇਟਾ ਵੱਲ ਦੇਖੀਏ। ਮੈਂ ਕੱਲ੍ਹ ਐਕਚੁਅਲੀ ਰਿਸਰਚ ਕੀਤਾ ਸੀਗਾ, ਕਿਉਂਕਿ ਮੈਨੂੰ ਓਨੈਸਟਲੀ ਮੈਨੂੰ ਸੱਚੀ ਲੱਗਿਆ ਸੀ ਵੀ ਜਿਹੜੇ ਕਲੈਕਟਿਵਿਸਟ ਕਲਚਰ ਆ, ਜਿਹੜੇ ਰਲ ਮਿਲ ਕੇ ਰਹਿੰਦੇ ਆ, ਉਹ ਤਾਂ ਰਲ ਮਿਲ ਕੇ ਰਹਿੰਦੇ ਹੁੰਦੇ ਆ ਵੀ ਜੇ ਕੋਈ ਦੁੱਖ ਆਵੇ ਤੁਹਾਨੂੰ, ਦੁੱਖ ਦੇ ਵੇਲੇ ਸਾਰੇ ਥੋੜ੍ਹੇ ਨਾਲ ਖੜੇ ਰਹਿਣਗੇ, ਰਾਈਟ। ਐਂਡ ਇੰਡੀਵਿਜੂਅਲਿਸਟਿਕ ਕਲਚਰ ਵਿੱਚ ਕਈ ਵਾਰੀ ਇੱਦਾਂ ਹੁੰਦਾ ਕਿ ਯੂ ਆਰ ਡੀਲਿੰਗ ਵਿਦ ਥਿੰਗਸ ਅਲੋਨ। ਮੈਨੂੰ ਲੱਗਿਆ ਸੀ ਕਿ ਕਲੈਕਟਿਵਿਸਟ ਕਲਚਰਸ ਜ਼ਿਆਦਾ ਖੁਸ਼ ਹੋਣਗੇ, ਜਿਹੜੀ ਰਿਸਰਚ ਆ ਉਸ ਦੇ ਮੁਤਾਬਿਕ। ਪਰ ਰਿਸਰਚ ਦੇ ਵਿੱਚ ਇਹ ਪਤਾ ਲੱਗਿਆ ਕਿ ਨਾਲੇ ਸਿਰਫ ਪੰਜਾਬ ਦੀ ਗੱਲ ਨਹੀਂ ਹੈਗੀ ਜਾਂ ਇੰਡੀਆ ਦੀ ਗੱਲ ਨਹੀਂ ਹੈਗੀ, ਕਲੈਕਟਿਵਿਸਟ ਕਲਚਰਸ ਵਿੱਚ ਚਾਈਨਾ, ਕੋਰੀਆ, ਜਾਪਾਨ, ਇੰਡੋਨੇਸ਼ੀਆ, ਬਹੁਤ ਸਾਰੇ ਜਿਹੜੇ ਮੈਕਸੀਕਨ ਐਂਡ ਲਟੀਨੋ ਕੰਟਰੀਜ਼ ਆ ਉਹ ਵੀ ਆ ਸਕਦੇ ਆ। ਅਤੇ ਇੰਡੀਵਿਜੂਅਲਿਸਟਿਕ ਕਲਚਰਸ ਵਿੱਚ ਕੈਨੇਡਾ, US, ਆਸਟ੍ਰੇਲੀਆ, ਆਇਰਲੈਂਡ, ਜਰਮਨੀ, ਇਹੋ ਜਿਹੇ ਦੇਸ਼ ਹੈਗੇ ਆ। ਪਰ ਜਿਹੜੇ ਕਲੈਕਟਿਵਿਸਟ ਕਲਚਰਸ ਆ ਉਹਨਾਂ ਨਾਲੋਂ ਇੰਡੀਵਿਜੂਅਲਿਸਟਿਕ ਕਲਚਰਸ ਜ਼ਿਆਦਾ ਖੁਸ਼ ਆ। ਕਿਉਂਕਿ ਉਹ ਇਹ ਸਮਝਦੇ ਆ ਕਿ ਸਾਡੀ ਖੁਸ਼ੀ ਦੀ ਅਸੀਂ ਆਪ ਜ਼ਿੰਮੇਵਾਰ ਹਾਂ, ਅਤੇ ਉਹ ਉਸ ਖੁਸ਼ੀ ਵੱਲ ਜ਼ਿਆਦਾ ਵੱਧਦੇ ਆ। ਪਰ ਜਿਹੜੇ ਕਲੈਕਟਿਵਿਸਟ ਕਲਚਰਸ ਆ ਉਹ ਹਮੇਸ਼ਾ ਇਸੇ ਚੀਜ਼ ਵਿੱਚ ਰੁੱਝੇ ਰਹਿੰਦੇ ਆ ਕਿ ਹੈਡ ਆਫ ਦ ਫੈਮਿਲੀ ਕੌਣ ਆ, ਜਿਹੜਾ ਹੈਡ ਆਫ ਦ ਫੈਮਿਲੀ ਆ ਉਹਨੂੰ ਸਾਰੇ ਉਹਦੀ ਗੱਲ ਸੁਣਨ। ਉਹ ਥੋੜ੍ਹਾ ਜਿਹਾ ਡਿਕਟੇਟਰਸ਼ਿਪ ਟਾਈਪ ਬਿਹੇਵੀਅਰ ਹੋ ਜਾਂਦਾ। ਫਿਰ ਜਿਹੜੇ ਬੱਚੇ ਆ ਉਹਨਾਂ ਨੂੰ ਡਰ ਦੇ ਵਜੋਂ ਰਿਸਪੈਕਟ ਮਿਲਦੀ ਆ, ਪਰ ਐਕਚੁਅਲੀ ਉਹ ਅੰਦਰੋਂ ਆਉਂਦੀ ਰਿਸਪੈਕਟ ਨਹੀਂ ਹੁੰਦੀ, ਕਈ ਵਾਰੀ ਇੱਦਾਂ ਹੋ ਜਾਂਦਾ ਆ। ਸੋ ਇਸ ਲਈ ਜਿਹੜੀ ਖੁਸ਼ੀ ਆ ਥੋੜ੍ਹੀ ਜਿਹੀ ਘੱਟ ਜਾਂਦੀ ਆ। ਸੋ ਅਸੀਂ ਦੋਨਾਂ ਕਲਚਰਸ ਤੋਂ, ਕਲੈਕਟਿਵਿਸਟ ਕਲਚਰਸ ਤੋਂ ਵਧੀਆ ਚੀਜ਼ਾਂ ਲੈ ਕੇ ਅਤੇ ਇੰਡੀਵਿਜੂਅਲਿਸਟਿਕ ਕਲਚਰਸ ਤੋਂ ਵੀ ਵਧੀਆ ਚੀਜ਼ਾਂ ਲੈ ਕੇ ਦੋਨਾਂ ਦਾ ਵਧੀਆ ਤਾਲਮੇਲ ਬਣਾ ਸਕਦੇ ਹਾਂ, ਤਾਂ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਖੁਸ਼ ਰਹੀਏ ਅਤੇ ਇਹ ਜਿਹੜੀ ਖੁਸ਼ੀ ਆ ਇਹ ਬਾਹਰ ਵੀ ਸਾਨੂੰ ਓਨੀ ਹੀ ਦੇਖਣ ਨੂੰ ਮਿਲੇ ਜਿੰਨੀ ਸਾਡੇ ਘਰ ਦੇ ਵਿੱਚ ਦੇਖਣ ਨੂੰ ਮਿਲਦੀ ਆ। ਐਂਡ ਆਲਸੋ ਜਿਹੜੀ ਇੱਕ ਦੂਜੇ ਦੇ ਨਾਲ ਟੋਲਰੈਂਸ ਪਾਵਰ ਆ, ਸਹਿਣਸ਼ੀਲਤਾ, ਇੱਕ ਦੂਜੇ ਦੀ ਗੱਲ ਸੁਣਨਾ, ਨਾ ਕਿ ਕਿਸੇ ਗਲਤ ਚੀਜ਼ ਨੂੰ ਸਹਿਣ ਕਰਨਾ, ਪਰ ਇੱਕ ਦੂਜੇ ਦੀ ਗੱਲ ਸੁਣਨਾ। ਅਤੇ ਇੱਕ ਟਰਮ ਹੁੰਦੀ ਆ ਇੰਗਲਿਸ਼ ਦੇ ਵਿੱਚ, ਉਹਨੂੰ ਕਹਿੰਦੇ ਆ ਅਗਰੀ ਟੂ ਡਿਸਅਗਰੀ। ਇਹਦਾ ਮਤਲਬ ਇਹ ਆ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੂਸਰੇ ਬੰਦੇ ਨਾਲ ਬਿਲਕੁਲ ਸਹਿਮਤ ਹੀ ਹੋ ਜਾਵੋ ਵੀ ਤੂੰ ਸਹੀ ਕਹਿ ਰਿਹਾ। ਉਹ ਆਪਣੇ ਵਿਚਾਰ ਰੱਖੇ, ਤੁਸੀਂ ਆਪਣੇ ਵਿਚਾਰ ਰੱਖੋ, ਬਸ ਚੱਲ ਫੰਕਸ਼ਨ ਤਾਂ ਇਕੱਠੇ ਕਰ ਸਕਦੇ ਹੋ। ਜੀ ਬਿਲਕੁਲ। ਪਰ ਜੇ ਤੁਸੀਂ ਉਹਨਾਂ ਨੂੰ ਚੈਲੰਜ ਦਿੰਦੇ ਹੋ ਆਪਣੀ ਪੁਰਾਣੀ ਕਲਚਰ ਦੇ ਮੁਤਾਬਕ ਕਿ ਅਸੀਂ ਇਸ ਤਰ੍ਹਾਂ ਕਰਦੇ ਰਹੇ ਹਾਂ, ਇਸ ਤਰ੍ਹਾਂ ਨਾਲ ਨਹੀਂ ਖੜਿਆ, ਤੂੰ ਮੇਰੇ ਇਹ ਨਹੀਂ ਕੀਤਾ, ਤੂੰ ਉਹ ਨਹੀਂ ਕੀਤਾ। ਹੁਣ ਇੱਕ ਕੇਸ ਦੇ ਵਿੱਚ ਪਿਤਾ ਨੇ ਆਪਣੇ ਘਰੇ ਪਾਰਟੀ ਸੱਦੀ ਔਰ ਪਾਰਟੀ 'ਚ ਸ਼ਰਾਬ ਸਰਵ ਕੀਤੀ ਗਈ ਔਰ ਪਿਤਾ ਨੇ ਝਗੜਾ ਕਰ ਲਿਆ ਔਰ ਜਿਹੜੇ ਆਏ ਸੀ ਲੋਕ ਉਹਨਾਂ ਨਾਲ ਉਹ ਮਾਰ ਕੁਟਾਈ ਹੋ ਗਈ। ਬੇਟਾ ਵੀ ਉੱਥੇ ਹੀ ਸੀ, ਸਰਵ ਕਰ ਰਿਹਾ ਸੀ, ਜਵਾਨ ਪੁੱਤ, ਚੰਗੇ ਡੋਲੇ ਡੂਲੇ ਉਹਦੇ ਬਣਾਏ ਹੋਏ। ਦੂਏ ਦਿਨ ਪਿਓ ਕਹਿੰਦਾ ਤੂੰ ਮੇਰੇ ਨਾਲ ਖੜਿਆ ਨਹੀਂ, ਜੇ ਤੂੰ ਚਾਹੁੰਦਾ ਤੂੰ ਤਾਂ ਉਹਨਾਂ ਨੂੰ ਚੱਕ ਕੇ ਬਾਹਰ ਸੁੱਟ ਸਕਦਾ ਸੀ, ਤੂੰ ਉਹਨਾਂ ਨੂੰ ਕੁੱਟਿਆ ਨਹੀਂ ਗਾ ਜੀ, ਔਰ ਸਗੋਂ ਮੇਰੇ ਉਹ ਚਪੇੜਾ ਮਾਰ ਗਿਆ। ਹਾਂਜੀ, ਤੂੰ ਮੇਰਾ ਕਿਹੋ ਜਿਹਾ ਪੁੱਤ? ਉਹ ਕਹਿੰਦਾ ਡੈਡ ਤੂੰ ਗਲਤ ਸੀ, ਤੂੰ ਗਲਤ ਆਰਗੂਮੈਂਟ ਕਰ ਰਿਹਾ ਸੀ। ਮੈਂ ਤਾਂ ਜਦ ਤੂੰ ਠੀਕ ਹੋਏਗਾ ਮੈਂ ਤੇਰੇ ਨਾਲ ਖੜਾ, ਜਦ ਤੂੰ ਗਲਤ ਹੋਏਗਾ ਫਿਰ ਨਹੀਂ ਮੈਂ ਤੇਰੇ ਨਾਲ ਖੜਾ। ਜੀ, ਉਹ ਕਹਿੰਦਾ ਨਿਕਲ ਜਾ ਬਾਹਰ, ਤੇਰੇ ਨਾਲ ਤਾਂ ਮੈਂ ਬਹੁਤ ਚੰਗਾ ਸੀ। ਜੀ, ਸੋ ਇਸ ਤਰ੍ਹਾਂ ਦਾ ਬਿਹੇਵੀਅਰ ਵੀ ਜੇ ਤੁਸੀਂ ਰਿਫਲੈਕਟ ਕਰਦੇ ਹੋ ਬਿਲਕੁਲ, ਤਾਂ ਕੈਨੇਡੀਅਨ ਬੋਰਨ ਅਤੇ ਕੈਨੇਡੀਅਨ ਰੇਜ਼ ਹੋਏ ਬੱਚੇ ਦੀ ਜਿਹਦੀ ਪਰਵਰਿਸ਼ ਇਹਨਾਂ ਸਕੂਲਾਂ ਯੂਨੀਵਰਸਿਟੀਆਂ 'ਚ ਪੜ੍ਹਨ ਨਾਲ, ਬੇਸ਼ੱਕ ਤੁਸੀਂ ਉਹਨੂੰ ਰੇਜ਼ ਕਰਦੇ ਰਹੇ, ਉਹ ਤੁਹਾਡੀ ਰਿਸਪੈਕਟ ਕਰਦਾ, ਤੁਹਾਨੂੰ ਪਿਆਰ ਕਰਦੇ ਆ। ਪਰ ਜੇ ਤੁਸੀਂ ਆਪਣੇ ਪੁਰਾਣੇ ਕਲਚਰ ਦੇ ਮੁਤਾਬਕ ਕਹੋ ਕਿ ਨੋ ਮੈਂ ਗਲਤ ਹੋਵਾਂ ਚਾਹੇ ਠੀਕ ਹੋਵਾਂ, ਤੂੰ ਬੰਦੂਕ ਲੈ ਕੇ ਮੇਰੇ ਨਾਲ ਚੱਲ ਫਿਰ ਉਹ ਕਹਿੰਦੇ ਨੋ ਇਸ ਤਰ੍ਹਾਂ ਨਹੀਂ ਮੈਂ ਕਰ ਸਕਦਾ ਜੀ, ਫਿਰ ਉਹ ਕਹਿੰਦੇ ਬਾਹਰ ਨਿਕਲ ਜਾ। ਬਿਲਕੁਲ ਇਸ ਤਰ੍ਹਾਂ ਦੇ ਸੀਰੀਅਸ ਕਨਫਲਿਕਟ ਵੀ ਪੈਦਾ ਹੋ ਰਹੇ ਆ ਇਸ ਗੈਪ ਦੇ ਵਿੱਚੋਂ, ਜਿਹੜਾ ਕਲਚਰਲ ਗੈਪ ਆ, ਕਮਿਊਨੀਕੇਸ਼ਨ ਦਾ ਗੈਪ ਆ ਜਾਂ ਜਨਰੇਸ਼ਨ ਦਾ ਗੈਪ ਆ। ਜੀ, ਅਤੇ ਇੱਥੇ ਇੱਕ ਬਹੁਤ ਵੱਡੀ ਅਤੇ ਜ਼ਰੂਰੀ ਗੱਲ ਇਹ ਵੀ ਆ ਕਿ ਜਿਹੜੇ ਬੱਚੇ ਅੱਜ ਇਹ ਕਹਿ ਸਕਦੇ ਨੇ ਕਿ ਅਸੀਂ ਡਿਸਾਈਡ ਕਰਨਾ ਸਾਨੂੰ ਕੀ ਚਾਹੀਦਾ, ਜਾਂ ਅਸੀਂ ਆਪਣਾ ਘਰ ਲੈਣਾ ਆ, ਜਾਂ ਅਸੀਂ ਇਹ ਦੇਖ ਕੇ ਸੋਚਾਂਗੇ ਵੀ ਇਹ ਚੀਜ਼ ਸਹੀ ਆ ਕਿ ਗਲਤ ਆ, ਇਹ ਵੀ ਸਾਨੂੰ ਪਤਾ ਆ ਕਿ ਸਾਨੂੰ ਸਾਡੇ ਮਾਪਿਆਂ ਕਰਕੇ ਮਿਲੀ ਆ। ਕਿਉਂਕਿ ਇਹ ਬਹੁਤ ਸਾਰੀਆਂ ਚੀਜ਼ਾਂ ਸਾਡੇ ਮਾਪੇ ਡਿਸਾਈਡ ਨਹੀਂ ਕਰ ਸਕਦੇ ਸੀਗੇ ਆਪਣੇ ਆਪ ਲਈ। ਉਹ ਆਪਣੀ ਆਵਾਜ਼ ਬਹੁਤ ਚੀਜ਼ਾਂ ਲਈ ਨਹੀਂ ਉਠਾ ਸਕਦੇ ਸੀਗੇ ਜਿਸ ਤਰ੍ਹਾਂ ਉਹ ਵੱਡੇ ਹੋਏ ਸੀ, ਜਾਂ ਜਿਹੜੇ ਸਥਿਤੀਆਂ ਵਿੱਚੋਂ ਲੰਘੇ ਆ। ਜੇ ਤੁਸੀਂ ਕਿਸੇ ਨਵੇਂ ਦੇਸ਼ ਦੇ ਵਿੱਚ ਆ ਕੇ ਆਪਣਾ ਸਭ ਕੁਛ ਸਕ੍ਰੈਚ ਤੋਂ ਬਣਾ ਰਹੇ ਹੋ। ਨਾ ਲੈਲਪੁਰ ਤੋਂ, ਸਰਗੋਧੇ ਤੋਂ ਪਹਿਲਾਂ ਲੁਧਿਆਣੇ ਆਏ, ਰਾਏਕੋਟ ਗਏ, ਰਾਏਕੋਟ ਤੋਂ ਇੰਗਲੈਂਡ ਗਏ, ਇੰਗਲੈਂਡ ਤੋਂ ਕੈਨੇਡਾ ਆਏ, ਟੋਰਾਂਟੋ
ਟੋਰਾਂਟੋ ਤੋਂ BC 'ਚ ਆਏ, ਕਿੰਨੀ ਵਾਰੀ ਉਜੜ ਚੁੱਕੇ ਉਹ ਲੋਕ। ਜੀ ਉਹ ਤੁਸੀਂ ਅੰਡਰਸਟੈਂਡ ਕਰ ਸਕਦੇ ਹੋ ਉਹਨਾਂ ਦੇ ਟਰਾਮਾਸ ਕੀ ਨੇ। but it's honestly like not even that's ਕੋਈ ਉਸ ਨਾਲ ਕੁਛ ਚੀਜ਼ ਕੰਪੇਅਰ ਵੀ ਨਹੀਂ ਹੋ ਸਕਦੀ ਹੈਗੀ ਨਾ, ਆਪਾਂ ਕੰਪੇਅਰ ਕਰਨੀ ਵੀ ਨਹੀਂ। ਸੋ ਅਸੀਂ ਅਪਰੀਸ਼ੀਏਟ ਕਰਦੇ ਹਾਂ ਸਾਡੇ ਪੇਰੈਂਟਸ ਨੇ ਜੋ ਸਾਡੇ ਲਈ ਕੀਤਾ ਆ, ਬਟ ਐਟ ਦ ਸੇਮ ਟਾਈਮ ਮੈਂ ਵੀ ਰਿਮਾਈਂਡ ਕਰਾਉਣਾ ਚਾਹੁੰਦੀ ਹਾਂ ਕਿ ਬਹੁਤ ਵਾਰੀ ਸੁਣਨ ਨੂੰ ਮਿਲਦਾ ਲੋਕ ਕੀ ਕਹਿਣਗੇ, ਐਂਡ ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਮੱਦੇ ਨਜ਼ਰ ਰੱਖ ਕੇ ਆਪਣੇ ਫੈਸਲੇ ਲੈਣੇ ਆ। ਪਰ ਜਿਹੜੀ ਚੀਜ਼ ਕਰਕੇ ਆਪਾਂ ਕਈ ਵਾਰੀ ਇਹ ਕਰਦੇ ਹਾਂ ਕਿ ਦੁੱਖ ਵੇਲੇ ਉਹ ਆਪਣਾ ਸਾਥ ਦੇਣਗੇ। ਰਿਸਰਚ ਦੇ ਵਿੱਚ ਵੀ ਇਹੀ ਆਇਆ ਸੀਗਾ, ਅਸੀਂ ਕਈ ਵਾਰੀ ਇਹ ਭੁੱਲ ਜਾਂਦੇ ਹਾਂ ਕਿ ਦੁੱਖ ਤਾਂ ਕਵੇਲੇ ਹੀ ਆਉਂਦਾ ਆ, ਕਦੇ ਕਦੇ ਹੀ ਆਉਂਦਾ, ਪਰ ਅਸੀਂ ਜਿਹੜੀ ਆਪਣੀ ਜ਼ਿੰਦਗੀ ਜਿਉਣੀ ਆ ਉਹ ਅਸੀਂ ਰੋਜ਼ ਜਿਉਣੀ ਆ। ਸੋ ਜਿਹੜੇ ਇੰਡੀਵਿਜੂਅਲਿਸਟਿਕ ਕਲਚਰ ਆ ਉਹ ਇਸ ਕਰਕੇ ਥੋੜ੍ਹੇ ਜਿਹੇ ਜ਼ਿਆਦਾ ਖੁਸ਼ ਹੈਗੇ ਆ, ਕਿਉਂਕਿ ਉਹ ਜਿਹੜੀ ਆਪਣੀ ਰੋਜ਼ ਵਾਲੀ ਜ਼ਿੰਦਗੀ ਹੈ ਨਾ, ਐਵਰੀ ਸਿੰਗਲ ਡੇ, ਉਹ ਆਪਣੀ ਮਰਜ਼ੀ ਨਾਲ ਜਿਉ ਰਹੇ ਆ। ਪਰ ਕਿਉਂ ਨਾ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਕੰਬਾਈਨ ਕਰੀਏ ਕਿ ਅਸੀਂ ਆਪਣੀ ਜ਼ਿੰਦਗੀ ਵੀ ਖੁਸ਼ੀ ਖੁਸ਼ੀ ਜਾਈਏ ਐਜ਼ ਇੰਡੀਵਿਜੂਅਲਸ, ਪਰ ਦੁੱਖ ਵੇਲੇ, ਖੁਸ਼ੀ ਵੇਲੇ ਅਸੀਂ ਇੱਕ ਦੂਜੇ ਦਾ ਸਾਥ ਛੱਡੀਏ ਨਾ, ਅਕੋਮੋਡੇਟ ਕਰੀਏ। ਐਗਜ਼ੈਕਟਲੀ। ਨੈਨਾ ਜੀ ਬਹੁਤ ਮਿਹਰਬਾਨੀ ਤੁਹਾਡੀ, ਥੈਂਕ ਯੂ। ਥੈਂਕ ਯੂ ਮਿਸਟਰ ਥਿੰਦ, ਆਨਸਰਨ ਵਾਲੇ ਦਾ ਵੀ ਧੰਨਵਾਦ। ਥੈਂਕਸ।